ਇਹ ਸਖੀ ਜੋ ਲਿਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਗੁਰੂ ਸਵਾਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਸੋਮਵਾਰ ਨੂੰ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਤੋ ਅੱਜ ਇਹ ਸਵਾਲ ਜਵਾਬ ਦਾ ਸਾਡਾ ਸੈਸ਼ਨ ਹੋਏਗਾ। ਇਸ ਸੈਸ਼ਨ ਚਲਾਉਣ ਦੀ ਜ਼ਿੰਮੇਵਾਰੀ ਵੀਰ ਰਾਇਆ ਸਿੰਘ ਜੀ ਨਿਭਾਉਂਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਸਵਾਲ ਜਵਾਬ ਦਾ ਸੈਸ਼ਨ ਵੀਰ ਰਾਇਆ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਜੀਓ ਆਇਆ ਜੀ। ਤੋਂ ਅੱਜ ਸਵਾਲ ਜਵਾਬ ਦਾ ਸੈਸ਼ਨ ਹੈ। ਤੋਂ ਸਭ ਤੋਂ ਪਹਿਲਾਂ ਮੈਂ ਪੈਨਲ ਮੈਂਬਰਾਂ ਨੂੰ ਬੇਨਤੀ ਕਰਾਂਗਾ ਵੀ ਆਓ ਸੰਗਤਾਂ ਨਾਲ ਫਤਿਹ ਸਾਂਝੀ ਕਰੀਏ। ਤੋਂ ਸਭ ਤੋਂ ਦੂਰੋਂ ਵੀਰ ਤਜਿੰਦਰ ਸਿੰਘ ਆਸਟ੍ਰੇਲੀਆ ਤੋਂ, ਉਹਨਾਂ ਦੀ ਅੱਧੀ ਰਾਤ ਹੋ ਗਈ ਹੈ ਤੇ ਉਹਨਾਂ ਨੂੰ ਬੇਨਤੀ ਹੈ ਵੀ ਫਤਿਹ ਬੁਲਾਓ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਐਮਪੀ ਸਮਾਂ 12:38 ਹੈ ਜੀ ਰਾਤ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਤੁਹਾਡੀ ਦਿੱਤੀ ਹੈ ਦਿਓ, ਸਤਿਗੁਰੂ ਬਣਾਏ ਰੱਖੋ। ਹਾਂਜੀ ਐਮਪੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਵਾਹਿ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਜਗੀਰ ਸਿੰਘ ਜੀ ਵੀ ਹਾਜ਼ਰ ਨੇ। ਅੱਛਾ ਜੀ, ਸਰ ਜਗੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੋਹਨ ਸਿੰਘ ਜੀ ਪੁੰਛ ਸਰਕਲ ਤੋਂ ਨਜ਼ਰ ਨਹੀਂ ਆ ਰਿਹਾ ਹਲੇ ਤੱਕ। ਸਾਮਲ ਮੋਹਨ ਸਿੰਘ ਜੀ ਫਤਿਹ ਸਾਂਝੀ ਕਰ ਲਓ ਜੀ। ਆਈਡੀ ਤਾਂ ਨਜ਼ਰ ਨਹੀਂ ਆ ਰਹੀ ਉਹਨਾਂ ਦੀ। ਅੱਛਾ ਜੀ, ਚਲੋ ਵੀਰ ਹਰਜੀਤ ਸਿੰਘ ਜੀ ਨੇ ਸੰਗਤ ਨਾਲ ਪਹਿਲੇ ਫਤਿਹ ਸਾਂਝੀ ਕੀਤੀ ਹੈ, ਜਾਣ ਪਛਾਣ ਕਰਵਾਈ ਹੈ। ਸੋ ਆਓ ਸਾਧ ਸੰਗਤ ਜੀ, ਆਪਾਂ ਹੋਰ ਸਮਾਂ ਨਾ ਲਈਏ ਤਾਂ ਇੱਕ ਇੱਕ ਕਰਕੇ ਵੱਖ ਵੱਖ ਤਰ੍ਹਾਂ ਵਿਸ਼ਿਆਂ ਦੇ ਸਵਾਲ ਆਏ ਨੇ, ਤੋਂ ਇੱਕ ਇੱਕ ਸਵਾਲ ਆਪਾਂ ਲਈ ਜਾਵਾਂਗੇ। ਤੋਂ ਸਭ ਤੋਂ ਪਹਿਲਾ ਜਿਹੜਾ ਸਵਾਲ ਲੈ ਰਹੇ ਹਾਂ ਸਾਧ ਸੰਗਤ ਜੀ, ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ, ਕਿਉਂਕਿ ਸਾਡਾ ਇਤਿਹਾਸ ਜਿਹੜਾ ਹੈ ਸ਼ਹੀਦੀਆਂ ਨਾਲ ਭਰਿਆ ਪਿਆ। ਕੋਈ ਸਮਾਂ ਐਸਾ ਨਹੀਂ ਕਿ ਸਿੰਘਾਂ ਦੀਆਂ ਸ਼ਹੀਦੀਆਂ ਨਾ ਹੋਣ। ਤੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਦਿੱਲੀ, ਔਰ ਉਹਨਾਂ ਦੇ ਨਾਲ ਕੁਝ ਸਿੰਘ ਸਨ, ਪਰ ਉਹਨਾਂ ਵਿੱਚ 3 ਸਿੰਘ ਉਹਨਾਂ ਦੇ ਨਾਲ ਹੀ ਰਹੇ। ਕੁਝ ਸਿੰਘ ਤੇ ਉਹਨਾਂ ਨੇ ਵਾਪਸ ਭੇਜ ਦਿੱਤੇ, ਪਰ ਬਾਕੀ ਉਹਨਾਂ ਚੋਂ 3 ਸਿੰਘ ਜਿਹੜੇ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਇਹ ਉਹਨਾਂ ਦੇ ਨਾਲ ਸਨ, ਔਰ ਉਹਨਾਂ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀ ਗਏ। ਤੋਂ ਸਾਨੂੰ ਸਵਾਲ ਆਇਆ ਹੈ ਸਰ ਬਲਬੀਰ ਸਿੰਘ ਜੀ ਕੈਨੇਡਾ ਤੋਂ, ਕਿ ਇਹ ਦੱਸੋ ਵੀ ਇਹਨਾਂ ਦਾ ਸੰਸਕਾਰ ਕਿੱਥੇ ਹੋਇਆ ਹੈ, ਇਹਨਾਂ 3 ਗੁਰਸਿੱਖਾਂ ਦਾ ਜਿਹੜੇ ਸ਼ਹੀਦ ਹੋਏ ਨੇ, ਇਹਨਾਂ ਦਾ ਸੰਸਕਾਰ ਕਿੱਥੇ ਹੋਇਆ। ਮੈਂ ਤਜਿੰਦਰ ਸਿੰਘ ਦੀ ਬੇਨਤੀ ਕਰਾਂਗਾ ਵੀ ਉਹ ਸਾਨੂੰ ਇਸ ਵਿਸ਼ੇ ਤੇ ਦੱਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਕਿ ਇਹ ਬਹੁਤ ਹੀ ਡੂੰਘਾ ਸਵਾਲ ਹੈ ਔਰ ਬੜਾ ਇੰਪੋਰਟੈਂਟ ਸਵਾਲ ਹੈ ਕਿ ਜਿਹੜੇ ਵੀ ਸਾਡੇ ਕੌਮ ਦੇ ਵਿੱਚ ਸ਼ਹੀਦ ਹੋਏ ਹਨ, ਉਹਨਾਂ ਦੀ ਜਿਹੜੀ ਪਿੱਛੋਂ ਪਵਿੱਤਰ ਦੇਹ ਹੁੰਦੀ ਹੈ, ਉਸ ਦੀ ਸੇਵਾ ਸੰਭਾਲ ਵੀ ਜਿਹੜੀ ਹੈ ਉਹ ਸਿੰਘਾਂ ਨੇ ਬਖੂਬੀ ਕੀਤੀ ਹੈ, ਭਾਵੇਂ ਵੱਡੇ ਸਾਹਿਬਜ਼ਾਦੇ ਹੋਣ ਤੇ ਭਾਵੇਂ ਛੋਟੇ ਸਾਹਿਬਜ਼ਾਦੇ ਹੋਣ। ਉਸ ਵਾਸਤੇ ਵੀ ਜਿਹੜੇ ਵੀਰ ਹਨ ਉਹ ਬੜੇ ਵੱਧ ਚੜ ਕੇ ਉਹਨਾਂ ਨੇ, ਭਾਵੇਂ ਬਹੁਤ ਮਹਿੰਗੀ ਜ਼ਮੀਨ ਵੀ ਖਰੀਦਣੀ ਪਵੇ, ਉਹ ਵੀ ਜਿਹੜੇ ਹਨ ਦੀਵਾਨ ਟੋਡਰ ਮਲ ਜੀ ਨੇ, ਔਰ ਜਿਹੜੇ ਮਹਿਰਾ ਜੀ ਹਨ, ਮੋਤੀ ਰਾਮ ਮਹਿਰਾ ਜੀ ਹਨ, ਉਹਨਾਂ ਨੇ ਵੀ ਆਪਣੀ ਜਾਨ ਤੇ ਖੇਡ ਕੇ ਹੀ ਉਹਨਾਂ ਦੇ ਮਾਤਾ ਜੀ ਦੇ ਔਰ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਜਿਹੜਾ ਕੀਤਾ ਹੈ। ਔਰ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਜੀ ਨੇ ਆਪਣੀ ਜਾਨ ਦੀ ਬਾਜੀ ਤੇ ਖੇਲ ਕੇ
ਉਹਨਾਂ ਦਾ ਸਾਰਿਆਂ ਦਾ, ਔਰ ਬਾਕੀ ਜਿਹੜੇ ਸ਼ਹੀਦ ਸਿੰਘ ਸਨ ਉਹਨਾਂ ਦਾ ਚਮਕੌਰ ਦੀ ਗੜੀ ਵਿੱਚ ਸੰਸਕਾਰ ਕੀਤਾ। ਔਰ ਆਪ ਵੀ ਉਸੇ ਜਿਹੜੀ ਹੈ ਚਿਤਾ ਦੇ ਉੱਪਰ ਹੀ ਆਪ ਵੀ ਉਹਨਾਂ ਨੇ ਸ਼ਹਾਦਤ ਪਾਈ। ਲੇਕਿਨ ਜਿੱਥੇ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਹ ਦਾ ਸੰਸਕਾਰ ਦਾ ਹੈ, ਉਹਦੇ ਵਾਸਤੇ ਵੀ ਇਤਿਹਾਸ ਸਾਨੂੰ ਇਹ ਦੱਸਦਾ ਹੈ ਕਿ ਦਿੱਲੀ ਦੇ ਸਿੰਘ ਜਿਹੜੇ ਸਨ ਉਹ ਬਕਾਇਦਾ ਪਲੈਨਿੰਗ ਦੇ ਨਾਲ ਉਹਨਾਂ ਨੇ ਇੱਕ ਵਿਉਂਤ ਬਣਾਈ ਸੀਗੀ। ਉਸ ਵਿਉਂਤ ਦੇ ਅਨੁਸਾਰ ਹੀ ਭਾਈ ਨਿਗਾਇਆ ਜੀ, ਭਾਈ ਲੱਖੀ ਸ਼ਾਹ ਬੰਜਾਰਾ ਜੀ ਔਰ ਭਾਈ ਜੈਤਾ ਜੀ, ਭਾਈ ਉਦੈ ਸਿੰਘ ਜੀ, ਇਹ ਜਿਹੜੇ ਸਿੰਘ ਸੀਗੇ ਚੜ੍ਹਦੀ ਕਲਾ ਵਾਲੇ, ਇਹ ਦਿੱਲੀ ਦੇ ਵਿੱਚ ਰਹਿ ਕਰਕੇ ਇਹਨਾਂ ਨੇ ਇਹ ਸਾਰਾ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਔਰ ਉਹਨਾਂ ਦੇ ਜਿਹੜਾ ਧੜਾ ਹੈ ਉਸ ਨੂੰ ਬੜੀ ਬਖੂਬੀ, ਬੜੀ ਦਲੇਰੀ ਨਾਲ ਆਪਣੀ ਜਾਨ ਤੇ ਖੇਡ ਕੇ ਉਹਨਾਂ ਨੂੰ ਸੰਭਾਲਿਆ। ਔਰ ਸਾਨੂੰ ਪਤਾ ਹੈ ਕਿ ਸੀਸ ਦਾ ਸੰਸਕਾਰ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਵਿੱਚ ਹੋਇਆ। ਭਾਈ ਜੈਤਾ ਜੀ ਲੈ ਕਰਕੇ ਗਏ ਔਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਵੀ ਦਿੱਤਾ। ਔਰ ਇਸ ਤਰ੍ਹਾਂ ਹੀ ਭਾਈ ਲੱਖੀ ਸ਼ਾਹ ਬੰਜਾਰਾ ਜੀ ਨੇ ਭਾਈ ਨਿਗਾਇਆ ਜੀ ਦੇ ਨਾਲ ਮਿਲ ਕਰਕੇ, ਭਾਈ ਜੈਤਾ ਜੀ ਦੇ ਨਾਲ ਮਿਲ ਕਰਕੇ ਉਹਨਾਂ ਨੇ ਇਸ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਹ ਨੂੰ ਰਕਾਬਗੰਜ ਸਾਹਿਬ ਵਿੱਚ ਆਪਣੇ ਘਰ ਵਿੱਚ ਲਿਜਾ ਕਰਕੇ, ਬੜਾ ਹਾਈ ਰਿਸਕ ਸੀਗਾ, ਬੜਾ ਕੈਲਕੂਲੇਟਡ ਰਿਸਕ ਸੀਗਾ, ਉਸ ਸਮੇਂ ਦੇ ਅੰਦਰ ਲਿਜਾ ਕਰਕੇ ਆਪਣੇ ਘਰ ਨੂੰ ਅੱਗ ਲਾ ਕੇ ਉਹਨਾਂ ਨੇ ਜਿਹੜੀ ਹੈ ਸੰਸਕਾਰ ਕੀਤਾ। ਜਿੱਥੇ ਤੱਕ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਜਿਹੜੀ ਹੈ ਉਹ 2 ਦਿਨ ਪਹਿਲਾਂ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ ਉਹਨਾਂ ਦੀ ਸ਼ਹਾਦਤ ਜਿਹੜੀ ਔਰੰਗਜ਼ੇਬ ਨੇ ਉਹਨਾਂ ਦੇ ਸਾਹਮਣੇ ਬੜੇ ਹੀ ਡਰਾਉਣੇ ਢੰਗ ਦੇ ਨਾਲ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ, ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚਿਰਾ ਕਰਕੇ ਔਰ ਭਾਈ ਜਿਹੜੇ ਸਤੀ ਦਾਸ ਜੀ ਉਹਨਾਂ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ। ਇਹ ਸਾਰੀਆਂ ਉਸ ਸਮੇਂ ਤੱਕ ਦੀਆਂ ਸਭ ਤੋਂ ਭਿਆਨਕ ਜਿਹੜੀਆਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਉਣਾ, ਇਹ ਮੁਗਲ ਬਾਦਸ਼ਾਹ ਦੀਆਂ ਬੜੀਆਂ ਹੀ ਡਰਾਉਣੀਆਂ ਜਿਹੜੀਆਂ ਹਨ ਸ਼ਹਾਦਤਾਂ ਸਨ। ਔਰ ਇੱਕ ਤਰੀਕੇ ਨਾਲ ਉਹਨਾਂ ਨੇ ਜਿਹੜੇ ਡਰਾ ਦਿੱਤਾ ਸਾਰਿਆਂ ਨੂੰ, ਲੇਕਿਨ ਜਿਹੜੇ ਗੁਰੂ ਕੇ ਸਿੱਖ ਸਨ ਉਹ ਅਲਰਟ ਸਨ, ਉਹਨਾਂ ਨੇ ਜਿਹੜਾ ਇਹ ਸਾਰਾ ਕੁਛ ਕੀਤਾ। ਲੇਕਿਨ ਇਤਿਹਾਸ ਦੇ ਵਿੱਚ ਸਾਨੂੰ ਇਸ ਬਾਰੇ ਕੋਈ ਵੀ ਜਿਹੜੀ ਹੈ ਲਿਖਤ ਨਹੀਂ ਮਿਲਦੀ, ਭਾਵੇਂ ਕਿ ਮੈਂ ਕੋਸ਼ਿਸ਼ ਕੀਤੀ ਹੈ ਕਿ ਭਾਈ ਵੀਰ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਸ ਬਾਰੇ ਜਿਹੜੀ ਵਾਰਤਾਲਾਪ 2 ਸਿੰਘਾਂ ਦੀ ਲਿਖੀ ਹੈ, ਉਸ ਦੇ ਵਿੱਚੋਂ ਵੀ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਹੈ ਦੇਹ ਦਾ ਜਿਹੜਾ ਸੰਭਾਲ ਹੈ ਔਰ ਜਿਹੜਾ ਸੀਸ ਹੈ ਉਹਦਾ ਸੰਭਾਲ ਦੇ ਬਾਰੇ ਜ਼ਿਕਰ ਕੀਤਾ ਹੈ। ਲੇਕਿਨ ਇਹਨਾਂ ਦਾ 3 ਗੁਰਸਿੱਖਾਂ ਦਾ ਇਹਨਾਂ ਦੇ ਜਿਹੜੀ ਹੈ ਸੇਵਾ ਸੰਭਾਲ ਜਿਹੜੀ ਦੇਹ ਦੀ ਕਿਸ ਤਰ੍ਹਾਂ ਹੋਈ ਹੈ, ਇਹ ਵੀ ਮੈਂ ਇੱਥੇ ਵਾਧਿਆ ਸਾਰਿਆਂ ਨੂੰ ਪਤਾ ਹੀ ਹੈ ਕਿ ਮੁਗਲ ਬਾਦਸ਼ਾਹ ਨੇ ਉਸ ਵੇਲੇ ਇਹ ਵੀ ਐਲਾਨ ਕੀਤਾ ਸੀ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਦੇਹ ਹੈ ਇਸ ਦੇ ਟੁਕੜੇ ਟੁਕੜੇ ਕਰਕੇ ਜਿਹੜਾ ਹੈ ਉਹ ਦਿੱਲੀ ਗੇਟ ਦੇ ਉੱਪਰ ਮੈਂ ਲਗਾਵਾਂਗਾ, ਤਾਂ ਕਿ ਕੋਈ ਹੋਰ ਜਿਹੜਾ ਹੈ ਇਸ ਤਰੀਕੇ ਦੇ ਨਾਲ ਮੁਗਲ ਹਕੂਮਤ ਦੇ ਨਾਲ ਟੱਕਰ ਨਾ ਲੈ ਸਕੇ। ਤੋਂ ਭਾਵੇਂ ਇਤਿਹਾਸ ਇਸ ਗੱਲ ਦੀ ਕੋਈ ਗਵਾਹ ਨਹੀਂ ਦਿੰਦਾ ਕਿ ਉਸ ਦੇਹ ਨੂੰ ਉਸ ਵਕਤ ਕਿਸ ਤਰੀਕੇ ਨਾਲ ਸੰਭਾਲਿਆ ਗਿਆ, ਲੇਕਿਨ ਮੇਰਾ ਵਿਸ਼ਵਾਸ ਹੈ, ਸਾਡੇ ਸਾਰਿਆਂ ਦਾ ਵੀ ਵਿਸ਼ਵਾਸ ਹੋਏਗਾ ਕਿ ਜਿਵੇਂ ਬਾਕੀ ਜਿਹੜੇ ਸਿੰਘਾਂ ਦੀਆਂ ਜਿਹੜੀਆਂ ਦੇਹਾਂ ਪਵਿੱਤਰ ਦੇਹਾਂ ਦੀ ਸੰਭਾਲ ਹੋਈ ਹੈ, ਇਸ ਤਰ੍ਹਾਂ ਇਹਨਾਂ 3 ਗੁਰਸਿੱਖਾਂ ਦੀ ਵੀ ਜਿਹੜੀ ਹੈ ਸੰਭਾਲ ਹੋਈ ਹੋਏਗੀ ਉਹਨਾਂ ਦੀ ਦੇਹ ਦੀ। ਲੇਕਿਨ ਇਸ ਬਾਰੇ ਹੋਰ ਜ਼ਿਆਦਾ ਜਿਹੜੀ ਘੋਖ ਕਰਨ ਦੀ, ਰਿਸਰਚ ਕਰਨ ਦੀ ਜਿਹੜੀ ਹੈ ਉਹ ਲੋੜ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, SGPC ਨੂੰ ਵੀ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ। ਅਸੀਂ ਆਪਣੇ ਲੈਵਲ ਉੱਪਰ ਵੀ ਉਹਨਾਂ ਨੂੰ ਅਪਰੋਚ ਕਰਾਂਗੇ ਕਿ ਉਹ ਇਸ ਬਾਰੇ ਜਿਹੜੇ ਵੀ ਮੁਗਲ ਜਿਹੜੀ ਰਿਕਾਰਡਸ ਜਿਹੜੇ ਹਨ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਵੀ ਲਿਖਦੇ ਹਨ ਕਿ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਹਜ਼ੂਰ ਸਾਹਿਬ ਅੰਦਰ, ਔਰ ਇੱਥੇ ਦਿੱਲੀ ਦੇ ਅੰਦਰ ਇੰਨਾ ਖਤਰਨਾਕ ਭਾਣਾ ਜਿਹੜਾ ਵਾਪਰਿਆ ਹੈ ਉਸ ਬਾਰੇ ਵੀ ਉਹ ਨੈਸ਼ਨਲ ਆਰਕਾਈਵਸ ਦੇ ਵਿੱਚ ਜਿਹੜਾ ਰਿਕਾਰਡ ਪਿਆ ਉਹਦੇ ਵਿੱਚ ਖੋਜ ਕਰਕੇ ਸਾਨੂੰ ਇਸ ਮਹੱਤਵਪੂਰਨ ਜਾਣਕਾਰੀ ਨੂੰ ਸਾਨੂੰ ਮੁਹੱਈਆ ਕਰਾਉਣ। ਆਸ ਹੈ ਇੰਨੀ ਕੋਈ ਜਾਣਕਾਰੀ ਮੈਂ ਆਪ ਨਾਲ ਸਾਂਝੀ ਕਰ ਸਕਿਆ ਹਾਂ। ਕਿਸੇ ਹੋਰ ਕੋਲ ਇਸ ਤੋਂ ਵੱਧ ਜਾਣਕਾਰੀ ਹੋਵੇ ਤੇ ਸਾਰੀ ਕੌਮ ਜਿਹੜੀ ਹੈ ਉਹਨਾਂ ਦਾ ਬੜਾ ਰਿਣੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹਾਂਜੀ, ਅਜੇ ਹੋਰ ਖੋਜ ਦੀ ਲੋੜ ਹੈ ਇਸ ਵਿਸ਼ੇ ਲਈ ਵੀਰ ਜੀ ਨੇ ਦੱਸਿਆ। ਤੋਂ ਬਾਕੀ ਸਾਧ ਸੰਗਤ ਜੀ, ਸਭ ਕੁਝ ਇਹ ਅਚਾਨਕ ਨਹੀਂ ਵਾਪਰਿਆ, ਬੜੀ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੰਮ ਚੱਲਦਾ ਰਿਹਾ। ਤੇ ਸਾਹਿਬ ਮਹਿੰਦਰ ਸਿੰਘ ਜੀ ਜੋਸ਼ ਜੋ ਹੁਣ ਸਾਡੇ ਵਿੱਚ ਨਹੀਂ ਹਨ, ਪਰ ਉਹ ਮਿਸ਼ਨਰੀ ਕਾਲਜ ਦੇ ਜਿਹੜੇ ਫਾਊਂਡਰਸ ਥੰਮ ਨੇ ਉਹਨਾਂ ਚੋਂ ਇੱਕ ਸਨ। ਤੋਂ ਉਹਨਾਂ ਨੇ ਜਿਹੜੀ ਕਿਤਾਬ ਲਿਖੀ ਹੈ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਇਨਕਲਾਬ, ਪਹਿਲਾ ਇਨਕਲਾਬ, ਉਹਦੇ ਵਿੱਚ ਉਹਨਾਂ ਨੇ ਕਾਫੀ ਡਿਟੇਲ ਦਿੱਤੀ ਹੈ
ਹਾਲਾਂਕਿ ਇਹ ਜਿਹੜੀ ਗੱਲ ਅੱਜ ਦੇ ਸਵਾਲ 'ਚ ਹੈ, ਇਹ ਤਾਂ ਨਹੀਂ ਉੱਥੇ, ਪਰ ਉਂਝ ਉਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਸਾਨੂੰ ਸਾਡੇ ਸਾਹਮਣੇ ਰੱਖੀਆਂ ਨੇ ਪਟਵਈਆਂ ਦੇ ਹਿਸਾਬ ਦੇ ਨਾਲ, ਜਿਹੜੀਆਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਉਰੇ ਪਰੇ ਸੁਣੀਆਂ ਸੁਣਾਈਆਂ ਗੱਲਾਂ ਚੱਲਦੀਆਂ ਸਨ। ਉਹਨਾਂ ਨੇ ਬੜੇ ਹੀ ਵਿਸਥਾਰ ਤਰੀਕੇ ਦੇ ਨਾਲ ਉਹਦੇ ਵਿੱਚ ਦੱਸਿਆ ਹੈ। ਤੋ ਵੀਰ ਤੇਜਿੰਦਰ ਸਿੰਘ ਜੀ, ਖੋਜ ਲਈ ਧੰਨਵਾਦ। ਇਹਨੂੰ ਜਾਰੀ ਰੱਖੋ। ਜੇਕਰ ਕਦੀ ਵੀ ਹੋਰ ਸਾਨੂੰ ਸੂਚਨਾ ਮਿਲਦੀ, ਤੁਹਾਨੂੰ ਕੋਈ ਇਨਫੋਰਮੇਸ਼ਨ, ਤਾਂ ਸੰਗਤ ਨਾਲ ਸਾਂਝੀ ਕਰਨਾ ਜੀ। ਧੰਨਵਾਦ। ਤੋ ਸਾਧ ਸੰਗਤ ਜੀ, ਬਹੁਤ ਸਾਰੇ ਗੁਰੂ ਗ੍ਰੰਥ, ਹਾਂਜੀ ਵੀਰ ਸੁਰਿੰਦਰ ਸਿੰਘ ਜੀ ਪ੍ਰਿੰਸੀਪਲ ਸਾਹਿਬ। ਹਾਂਜੀ ਵੀਰ ਜੀ, ਮੈਂ ਥੋੜਾ ਕੁ ਵਾਧਾ ਕਰ ਦੇਵਾਂ ਜੀ। ਸਰਦਾਰ ਮਹਿੰਦਰ ਸਿੰਘ ਜੀ ਜੋਸ਼ ਨੇ ਜੀ ਡਾਕਟਰ ਹਰੀਰਾਮ ਗੁਪਤਾ ਦਾ ਹਵਾਲਾ ਦੇ ਕੇ ਕਿਹਾ ਜੀ ਇਹ ਭਾਈ ਜੈਤਾ ਜੀ ਭੇਸ ਬਦਲ ਕੇ ਉੱਥੇ ਹੀ ਖੜੇ ਸੀ ਸਫਾਈ ਸੇਵਾਦਾਰ ਦਾ। ਉਹਨਾਂ ਦੇ ਹੱਥ ਵਿੱਚ ਝਾੜੂ ਸੀ ਤੇ ਇੱਕ ਬਾਲਟੀ ਸੀ। ਤਿੰਨਾਂ ਦੀਆਂ ਦੇਹਾਂ ਸੰਭਾਲ ਕੇ ਤਿੰਨਾਂ ਸਿੱਖਾਂ ਦੀਆਂ ਭਾਈ ਜੈਤਾ ਜੀ ਨੇ ਜਮਨਾ ਦਰਿਆ ਦੇ ਵਿੱਚ ਜਲ ਪ੍ਰਵਾਹ ਕੀਤੀਆਂ ਸੀ। ਇਹ ਥੋੜਾ ਕੁ ਵਾਧਾ ਮੈਂ ਕਰ ਦੇਵਾਂ, ਸਰਦਾਰ ਮਹਿੰਦਰ ਸਿੰਘ ਜੀ ਜੋਸ਼ ਨੇ ਉਸ ਕਿਤਾਬ ਦੇ ਵਿੱਚ ਦਿੱਤਾ ਹੈ। ਅੱਛਾ, ਚਲੋ ਇਹ ਮੇਰੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਛਪੀ ਹੋਈ। ਸ਼ੁਕਰੀਆ ਜੀ। ਤੋ ਹਾਂ। ਭਾਈ ਜੈਤਾ ਜੀ ਨੇ ਇਹ ਸੇਵਾ ਨਿਭਾਈ। ਇਹਦਾ ਮਤਲਬ ਹੈ ਵੀ ਜਿਸ ਵੇਲੇ ਮਹਾਰਾਜ ਦਾ ਸੀਸ ਹੈ, ਉਹ ਵੀ ਭਾਈ ਜੈਤਾ ਜੀ ਲੈ ਕੇ ਗਏ। ਹਾਂਜੀ, ਤੋ ਜੋਤ ਸਾਹਿਬ ਨੇ ਉਹਦੇ ਚ ਕਿਤਾਬ 'ਚ ਲਿਖਿਆ ਕਿ ਗੁਰੂ ਸਾਹਿਬ ਨੇ ਕਾਇਦਾ ਪੂਰੀ ਪਲੈਨਿੰਗ ਕਰਕੇ ਵੱਖ-ਵੱਖ ਸਿੱਖਾਂ ਦੀਆਂ ਕਈ ਡਿਊਟੀਆਂ ਲਾਈਆਂ ਸਨ, ਕਿਉਂਕਿ ਮਹਾਰਾਜ ਨੇ ਉਹ ਪਹਿਲੇ ਆਗਰੇ ਤੱਕ ਸਫ਼ਰ ਵੀ ਕੀਤਾ। ਤੋ ਸਾਰੇ ਹੀ ਉਹਨਾਂ ਨੇ ਉਹਦੇ ਚ ਕਿਤਾਬ 'ਚ ਕਾਫੀ ਡਿਟੇਲ ਦਿੱਤੀਆਂ ਨੇ। ਧੰਨਵਾਦ ਪ੍ਰਿੰਸੀਪਲ ਸਾਹਿਬ, ਆਪ ਜੀ ਨੇ ਇਹ ਦੱਸ ਦਿੱਤਾ, ਕਿਉਂਕਿ ਕਾਫੀ ਦੇਰ ਹੋ ਗਈ ਕਿਤਾਬ ਪੜ੍ਹੇ ਔਰ ਇਹ ਰਹਿ ਗਈ ਗੱਲ ਦਿਮਾਗ 'ਚੋਂ। ਆਪ ਜੀ ਦਾ ਧੰਨਵਾਦ ਹੈ। ਤੋ ਸਾਧ ਸੰਗਤ, ਮੈਂ ਬੇਨਤੀ ਕਰ ਰਿਹਾ, ਪਿਛਲੇ 2 ਹਫ਼ਤੇ ਤੋਂ ਜਗੀਰ ਸਿੰਘ ਜੀ ਪਟਿਆਲਾ ਤੋਂ, ਉਹ ਗੁਰਬਾਣੀ ਵਿਆਕਰਣ ਦੇ ਵਿੱਚ ਸਾਨੂੰ ਉਹਨਾਂ ਨੇ ਦੱਸਿਆ ਕਿ ਕਾਫੀ ਅੱਖਰ ਇਹੋ ਜਿਹੇ ਨੇ ਜਿਹੜੇ ਬਿਲਕੁਲ ਮਿਲਦੇ ਨੇ ਪਰ ਅਰਥ ਹੋਰ ਹੋ ਜਾਂਦੇ ਨੇ, ਜਾਂ ਕਈ ਅੱਖਰ ਜਿਹੜੇ ਨੇ ਉਹ ਥੋੜੇ ਜਿਹੇ ਲਗਾ ਮਾਤਰਾ ਦੇ ਫਰਕ ਦੇ ਨਾਲ ਉਹਨਾਂ ਦੇ ਅਰਥ ਹੋਰ ਹੋ ਜਾਂਦੇ ਨੇ। ਤੋ ਸਾਡੇ ਕੋਲ ਇਹੋ ਜਿਹਾ ਇੱਕ ਸਵਾਲ ਆਇਆ ਹੈ, ਜਿਹਦੇ 'ਚ ਉਹਨਾਂ ਨੇ ਲਿਖਿਆ ਕਿ ਦੱਦਾ ਯਈਆ, ਅਗਲਾ ਅੱਖਰ ਹੈਗਾ ਦੱਦਾ ਯਈਏ ਨੂੰ ਅੰਕੜ, ਤੀਸਰਾ ਅੱਖਰ ਹੈ ਦੱਦਾ ਯਈਏ ਨੂੰ ਸਿਹਾਰੀ। ਇਹਨਾਂ ਤਿੰਨਾਂ ਦਾ ਕੀ ਉਚਾਰਨ ਹੈ? ਮੈਂ ਬੇਨਤੀ ਕਰ ਰਿਹਾ ਜਗੀਰ ਸਿੰਘ ਜੀ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਕਈ ਵੀਰ ਜੀ ਇਹਨਾਂ ਦਾ ਉਚਾਰਨ ਦੱਦਾ ਯਈਆ, ਇਹਨੂੰ ਦੱਜ ਉਚਾਰਨ ਕਰਦੇ ਨੇ, ਤੇ ਦੱਦਾ ਯਈਏ ਨੂੰ ਔਂਕੜ, ਇਹਨੂੰ ਦਈਓ ਉਚਾਰਨ ਕਰਦੇ ਨੇ। ਦੱਦਾ ਯਈਏ ਨੂੰ ਸਿਹਾਰੀ, ਇਹਨੂੰ ਦਈਏ ਪਾਠ ਕਰਦੇ ਨੇ, ਪਰ ਇਹ ਉਚਾਰਨ ਠੀਕ ਨਹੀਂ ਹੈਗਾ ਜੀ। ਇਹ ਦੱਦਾ ਯਈਏ ਨੂੰ ਔਂਕੜ ਦਾ ਅਰਥ ਹੈਗਾ ਦਈ ਜੀ। ਇਹਦਾ ਅਰਥ ਇਹਦਾ ਬਣ ਜਾਂਦਾ ਸਭ ਜੀਵਾਂ ਦੇ ਉੱਤੇ ਦਇਆ ਕਰਨ ਵਾਲਾ ਪ੍ਰਭੂ, ਪਰਮਾਤਮਾ, ਪਰਮੇਸ਼ਰ ਜੀ। ਇਹ ਜਿਹੜਾ ਦਈ ਦੇ ਜਈਏ ਨੂੰ ਔਂਕੜ ਹੈਗਾ, ਪਹਿਲਾਂ ਆਪਾਂ ਇਹ ਦੇਖ ਲਈਏ ਵੀ ਔਂਕੜ ਕਿਉਂ ਆਇਆ, ਸਿਹਾਰੀ ਕਿਉਂ ਆਈ ਆ, ਮੁਕਤਾ ਕਿਉਂ ਆਇਆ ਜੀ। ਇਹ ਜਿਹੜਾ ਜਈਏ ਦਾ ਔਂਕੜ ਹੈਗਾ, ਇਹਦਾ ਅਰਥ ਹੈਗਾ ਪ੍ਰਭੂ। ਪ੍ਰਭੂ ਇੱਕ ਵਚਨ ਹੈ, ਪੁਲਿੰਗ ਹੈ, ਨਾਮ ਹੈ, ਇਸ ਲਈ ਜਈਏ ਨੂੰ ਔਂਕੜ ਲੱਗਿਆ ਹੋਇਆ। ਇਹਦਾ ਉਚਾਰਨ ਬਣੇਗਾ ਦਈ ਜੀ। ਤੇ ਦੱਦਾ ਯਈਆ ਮੁਕਤਾ ਹੋਵੇ ਜੇ, ਅਰਥ ਇਹਦਾ ਵੀ ਪ੍ਰਭੂ ਹੀ ਹੈ ਜੀ। ਇਹ ਸੰਬੰਧਕੀ ਕਾਰਕ ਜਾਂ ਸੰਬੋਧਨ ਕਾਰਨ ਕਰਕੇ ਜਈਏ ਦਾ ਔਂਕੜ ਉੱਤਰ ਗਿਆ। ਅਰਥ ਬਣ ਜਾਂਦਾ ਹੈ ਹੇ ਪ੍ਰਭੂ ਜਾਂ ਪ੍ਰਭੂ ਦਾ ਆਦਿਕ ਜੀ। ਇਸ ਦਾ ਉਚਾਰਨ ਵੀ ਦਈ ਬਣ ਜਾਏਗਾ। ਦੱਦਾ ਯਈਏ ਨੂੰ ਸਿਹਾਰੀ, ਇਹਦਾ ਅਰਥ ਵੀ ਪ੍ਰਭੂ ਹੀ ਹੈ ਜੀ। ਇਹ ਕਾਰਕੀ ਅਰਥ ਹੋਣ ਕਰਕੇ ਯਈਏ ਨੂੰ ਸਿਹਾਰੀ ਲੱਗੀ ਹੋਈ ਹੈ। ਅਰਥ ਬਣ ਜਾਂਦੇ ਹਨ ਪ੍ਰਭੂ ਨੇ ਜਾਂ ਪ੍ਰਭੂ ਦੁਆਰਾ। ਇਸ ਤਰ੍ਹਾਂ ਦੇ ਹੋਰ ਅਰਥ ਵੀ ਬਣ ਸਕਦੇ ਹਨ। ਇਸ ਲਈ ਚਾਹੇ ਦਈਏ ਨੂੰ ਔਂਕੜ ਹੈਗਾ, ਯਈਏ ਨੂੰ ਔਂਕੜ ਹੈਗਾ, ਚਾਹੇ ਯਈਆ ਮੁਕਤਾ ਹੈਗਾ, ਚਾਹੇ ਯਈਏ ਨੂੰ ਸਿਹਾਰੀ ਹੈਗੀ ਹੈ, ਇਹਨਾਂ ਤੇਹਾਂ ਦਾ ਉਚਾਰਨ ਦਈ ਹੋਵੇਗਾ। ਗੁਰਬਾਣੀ ਦੇ ਵਿੱਚ ਵੀ ਦਈ ਬਾਰੇ ਪੰਕਤੀਆਂ ਆਈਆਂ ਨੇ ਜੀ। ਨਿੰਦਕ ਕੋ ਦਈ ਸੋਡੇ ਨਾਹੀ, ਦਫ਼ਤਰ ਦਈ ਜਬ ਕੱਢ ਹੈ, ਹੋਏਗੋ ਕੌਣ ਹਵਾਲ। ਇੱਥੇ ਆਪਣੇ ਦਈ ਦਾ ਅਰਥ ਆਉਂਦਾ ਹੈ। ਇੱਕ ਹੋਰ ਇਹਦਾ ਪ੍ਰੂਫ ਹੈਗਾ ਵੀ ਜਿਹੜਾ ਦਈ ਸ਼ਬਦ ਹੈਗਾ, ਇਹ ਸੰਸਕ੍ਰਿਤ ਦਾ, ਉਹਦੇ ਵਿੱਚ ਦੱਦਾ ਯਈਏ ਨੂੰ ਸਿਹਾਰੀ ਲਿਖੀ ਹੋਈ ਹੈ। ਜਿਸ ਤਰ੍ਹਾਂ ਸੰਸਕ੍ਰਿਤ ਦੇ ਵਿੱਚ ਆਪਾਂ ਸ਼ਕਤੀ ਲਿਖਦੇ ਹਾਂ, ਭਗਤੀ ਲਿਖਦੇ ਹਾਂ, ਕਵੀ ਲਿਖਦੇ ਹਾਂ, ਤਾਂ ਉਹ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੁੰਦੀ ਹੈ ਤੇ ਬੋਲੀ ਜਾਂਦੀ ਹੈ ਬਿਹਾਰੀ ਲੱਗੀ ਹੁੰਦੀ ਹੈ ਸਿਹਾਰੀ। ਇਸ ਤਰ੍ਹਾਂ ਜਿਵੇਂ ਦੱਦਾ ਯਈਏ ਨੂੰ ਸਿਹਾਰੀ ਲੱਗੀ ਹੋਈ ਹੈ, ਇਹਨੂੰ ਦਈ ਪੜ੍ਹਨਾ, ਇਹਨੂੰ ਦਈਓ ਨਹੀਂ ਪੜ੍ਹਨਾ ਜੀ। ਤੇ ਇਸ ਤਰ੍ਹਾਂ ਇਹਨਾਂ ਤੇਹਾਂ ਸ਼ਬਦਾਂ ਦਾ ਉਚਾਰਨ ਦਈ ਹੋਏਗਾ। ਦਈ ਦੱਦਾ ਯਈਏ ਨੂੰ ਔਂਕੜ, ਇਹਨੂੰ ਦਈਓ ਨਹੀਂ ਹੋਏਗਾ।
ਇਹਨਾਂ ਤੇਹਾਂ ਜਈਆ ਮੁਕਤਾ ਹੋਵੇ, ਚਾਹੇ ਜਈਏ ਨੂੰ ਔਂਕੜ ਹੋਵੇ, ਚਾਹੇ ਜਈਏ ਨੂੰ ਸਿਹਾਰੀ ਹੋਵੇ, ਇਹਨਾਂ ਤੇਹਾਂ ਦਾ ਉਚਾਰਨ ਦਈ 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 ਹੋਏਗਾ। ਇਹਦੀ ਸਾਨੂੰ ਜਾਣਕਾਰੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾ ਸਿੰਘ ਜੀ unmute ਹਾਂ, ਵੀਰ ਜੀ ਨੇ ਜਿਸ ਤਰ੍ਹਾਂ ਦੱਸਿਆ ਦਈ ਉਚਾਰਨ ਹੋਏਗਾ। ਸਾਧ ਸੰਗਤ ਇਸ ਅੱਖਰ ਬਾਰੇ ਕਾਫੀ ਭੁਲੇਖਾ। ਉਹਦਾ ਕਾਰਨ ਇਹ ਹੈ ਕਿ ਇਸ ਅੱਖਰ ਨੂੰ ਕੋਈ ਦਈ ਉਚਾਰਦਾ ਹੈ, ਕੋਈ ਦਈ ਉਚਾਰਦਾ, ਕੋਈ ਦਇਆ ਉਚਾਰਦਾ। ਤੋ ਲੋੜ ਹੈ ਸਮਝਣ ਦੀ। ਤੋ ਵੀਰ ਜੀ ਨੇ ਸਾਨੂੰ ਸਮਝਾਇਆ ਹੈ ਦਈ ਬੋਲਣਾ ਹੈ। ਤੋ ਮੈਂ ਤਾਂ ਹਰ ਵਾਰੀ ਬੇਨਤੀ ਕਰਦਾ ਹਾਂ ਵੀ ਸਤਿਗੁਰੂ ਕਿਰਪਾ ਕਰਨ ਕਿ ਸਿੱਖ ਕੌਮ ਦੇ ਵਿੱਚ ਇੱਕ ਸਾਰਤਾ ਤੇ ਇੱਕ ਸੁਰਤਾ ਆ ਜਾਏ। ਸਾਡੇ ਬੋਲਣ ਪੱਖੋਂ ਵੀ ਬਹੁਤ ਸਾਰੇ ਵਖਰੇਵੇਂ ਚੱਲ ਰਹੇ ਨੇ। ਤੋ ਸਤਿਗੁਰੂ ਜੀ ਕਿਰਪਾ ਕਰਨ। ਤੋ ਖੈਰ ਜਿਤਨਾ ਕੋਈ ਆਪੋ ਜ਼ੋਰ ਲਾ ਸਕੇ ਨੇ ਵੀਰ ਜਗੀਰ ਸਿੰਘ ਜੀ ਨੇ, ਔਰ ਗੁਰਬਾਣੀ ਦੇ ਹਵਾਲੇ ਨਾਲ ਦੱਸਿਆ, ਔਰ ਇਹ ਵੀ ਦੱਸਿਆ ਕਿ ਸੰਸਕ੍ਰਿਤ ਚੋਂ ਸ਼ਬਦ ਆਇਆ ਜਿਸ ਕਰਕੇ ਸਿਆਰੀ ਲੱਗੀ। ਤੋ ਧੰਨਵਾਦ ਵੀਰ ਜੀ ਆਪ ਜੀ ਦਾ। डॉक्टर सुंदर सिंह जी कुछ कहना चाह रहे हैं। ਪ੍ਰਿੰਸੀਪਲ ਸਾਹਿਬ। डॉक्टर ਹਾਂਜੀ हाँ जी, ये संस्कृत का वर्ड है, शब्द है दाए। ते कश्मीर विच आम कश्मीरी पंडित जिहड़े ने ਉਹ ਦਾਈ ਨੂੰ ਬੜਾ ਇਸਤੇਮਾਲ ਕਰਦੇ ਨੇ ਤੇ ਹਰ ਜਗ੍ਹਾ ਦਾਈ ਦੀ ਸੌਂਹ, ਜਿਸ ਤਰ੍ਹਾਂ ਅਸੀਂ ਗੁਰੂ ਪਰਮਾਤਮਾ ਦੀ ਸੌਂਹ, ਗੁਰੂ ਦੀ ਸੌਂਹ ਕਰਦੇ, ਉਹ ਦਾਈ ਸੰਜਰੀ ਮਤਲਬ ਕਿ ਦਾਈ ਦੀ ਸੌਂਹ, ਤੇ ਉਹ ਦਾਈ ਇਸਤੇਮਾਲ ਕਰਦੇ ਨੇ। ਦਦੇ ਗਈਆ ਉਂਕੜ ਹੋ ਗਿਆ, ਦਾਈ ਸਰੀ ਆਇਆ ਦਾਈ ਦੀ, ਤੇ ਦਾਈ ਇਸਤੇਮਾਲ ਕਰਦੇ ਨੇ। ਦਾਈ ਉਹ ਨਹੀਂ ਕਰਦੇ ਉਹ ਇਸਤੇਮਾਲ। ਕਸ਼ਮੀਰ ਵਿੱਚ ਆਮ ਇਹ ਪੰਡਤ ਜਿਹੜੇ ਦਾਈ ਦਾ ਇਸਤੇਮਾਲ ਕਰਦੇ ਨੇ। ਠੀਕ ਹੈ ਜੀ। ਤੋ ਡਾਕਟਰ ਸਾਹਿਬ ਨੇ ਸਾਨੂੰ ਜੋ ਐਕਚੁਅਲ ਵਰਡ ਬੋਲਿਆ ਜਾ ਰਿਹਾ, ਔਰ ਜਗੀਰ ਸਿੰਘ ਜੀ ਨੇ ਇਹੀ ਦੱਸਿਆ ਤੁਹਾਨੂੰ ਦਈ ਲਫ਼ਜ਼ ਜਿਹੜਾ ਹੈ ਉਹ ਸਹੀ ਉਚਾਰਨ ਲੱਗਦਾ ਹੈ। ਤੋ ਧੰਨਵਾਦ ਡਾਕਟਰ ਸਾਹਿਬ ਜੀ ਦਾ। ਤੋ ਸਤ ਸੰਗਤ ਜੀ। ਹੈਲੋ ਰਾਜਾ ਸਿੰਘ ਜੀ, ਹਾਂਜੀ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸਾਡੇ ਇੱਥੇ ਦੇ ਪੈਨਲ ਦੇ ਮੈਂਬਰ ਨੇ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ, ਉਹਨਾਂ ਨੇ ਇੱਕ ਵੀਡੀਓ ਪਾਈ ਹੈ ਤੇ ਉਹਦੇ ਚ ਉਹਨਾਂ ਦੱਸਿਆ ਕਿ ਇਹ ਦੱਦਾ ਤੇ ਯਈਆ ਜਿਹੜਾ ਸਭ ਤੋਂ ਪਹਿਲਾ ਅੱਖਰ ਹੈ ਉਹ ਗੁਰਬਾਣੀ ਸਿਰਫ ਇੱਕੋ ਵਾਰੀ ਆਇਆ ਹੈ। ਤੇ ਉਹ ਮਹਲਾ ਪੰਜਵਾਂ ਦਈ ਗੁਸਾਈ ਮੈਂ ਮੀਤਲਾ ਤੂੰ ਸੰਗ ਹਮਾਰੇ ਬਾਸ ਜਿਓ, ਇਹ 203 ਅੰਕ ਦੇ ਉੱਪਰ ਆਇਆ ਹੈ। ਔਰ ਜਿਹੜਾ ਇਹਦਾ ਦੂਸਰਾ ਜਿਹੜਾ ਯਈਆ ਨੂੰ ਔਂਕੜ ਹੈ ਉਹ 7 ਵਾਰੀ ਗੁਰਬਾਣੀ ਦੇ ਵਿੱਚ ਜਿਹੜਾ ਹੈ ਉਹ ਆਇਆ ਹੈ। ਉਸ ਦੇ ਬਕਾਇਦਾ ਪੰਨਾ ਨੰਬਰ ਵੀ ਲਿਖੇ ਹਨ। ਗੁਰੂ ਨਾਰਾਇਣ ਦਈ ਗੁਰ ਸੱਚਾ ਸਿਰਜਣਹਾਰ 218 ਤੇ ਦਈ ਵਿਸਾਰ ਵਿਗੋਚਨਾ ਪ੍ਰਭਿਨ ਅਵਰਨਾ ਕੋਈ 133 ਅੰਕ ਤੇ, ਨਿਤ ਨਿਤ ਦਈ ਸੰਭਾਲੀਏ 132 ਅੰਕ ਤੇ, ਆਗੇ ਦਈ ਪਾਛੇ ਨਾਰਾਇਣ 1137 ਅੰਕ ਤੇ, ਸਭ ਹੋਈ ਛਿੰਝ ਇਕੱਠੀਆ ਦਈ ਬੈਠਾ ਵੇਖੇ ਆਪ ਜੀ ਉਹ 74 ਅੰਕ ਤੇ, ਨਾਨਕ ਲੜ ਲਾਏ ਉਧਾਰੀਆਂ ਦਏ ਸੇਵ ਅਮਿਤਾ 323 ਅੰਕ ਤੇ, ਆਪਣੇ ਚਰਨ ਜਪਾਈਆਂ ਵਿੱਚ ਦਈ ਖੜੋਇਆ, ਇਹ 1193 ਅੰਕ ਦੇ ਉੱਪਰ ਹੈ। ਤੋ ਇਸ ਤਰ੍ਹਾਂ ਹੀ ਜਿਹੜੇ ਯਈ ਅੱਖਰ ਨੂੰ ਹੈ ਉਹ 12 ਵਾਰੀ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚ ਜਿਹੜਾ ਹੈ ਆਇਆ ਹੈ। ਔਰ ਉਹ ਮਹਲਾ ਪਹਿਲਾ ਜਿਹੜਾ ਹੈ ਉਹ 150 ਅੰਕ ਦੇ ਉੱਤੇ ਦਈ ਵਿਗੋਏ ਫਿਰੇ ਵਿਗੋਤੇ ਪਿੱਟਾ ਵੱਤੇ ਗੱਲਾਂ। ਔਰ ਫਿਰ ਆਇਆ ਹੈ ਮਹਲਾ ਚੌਥਾ, ਕੋਈ ਜਿਹਾ ਜਿਤਵੇਂ ਨਿਤ ਤੇਹਾ ਪਾਇਣ, ਕੋਈ ਤੇਹੋ ਜਿਹੇ ਦਏ ਵਜਾਏ 303 ਅੰਕ ਤੇ। ਫਿਰ ਮਹਲਾ ਚੌਥਾ ਹੈ, ਉਸ ਅੰਦਰ ਕੂੜ ਕੂੜੋ ਕਰ ਬੁਝੈ, ਅਨਹੋਂਦੇ ਝਗੜੇ ਦਏ ਉਸ ਦੈ ਗਲ ਪਾਇਆ, 313 ਅੰਕ ਤੇ ਹੈ। ਫਿਰ ਮਹਲਾ ਚੌਥਾ ਹੈ, ਜਿਨ੍ਹਾਂ ਸਤਿਗੁਰੂ ਕਾ ਆਖਿਆ ਸੁਖਾਵੇ ਨਹੀਂ, ਤਿੰਨਾ ਮੂੰਹ ਭਲੇਰੇ ਫਿਰੈ ਦਏ ਗਾਲੇ 305 ਅੰਕ ਤੇ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਤਿੰਨ ਕੇ ਕਾਜ ਦਈ ਆਂਦੇ ਰਾਸ 305 ਤੇ। ਮਨ ਖੋਟੇ ਦਏ ਵਿਛੋੜੇ 306 ਤੇ। ਫਿਰ ਸਤਿਗੁਰੂ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤਤ ਵਿੱਚ ਹੋਵੇ, ਵੇ ਇਹ ਦੇਖੋ ਤਪਾ ਦਏ ਮਾਰਿਆ, ਸੇ ਬੁੱਝੇ ਜੋ ਦਏ ਸਵਾਰਿਆ 313 16 ਅੰਕ ਦੇ ਉੱਤੇ ਹੈ। ਫਿਰ ਮਹਲਾ ਚੌਥਾ ਹੈ, ਸੇ ਕੂਕਰ ਸੂਕਰ ਗਰਦਪ ਪਵੇਂ ਗਰਭ ਜੋਨੀ ਦਏ ਮਾਰੇ ਮਹਾ ਹਥਿਆਰੇ 493 ਅੰਕ ਤੇ ਦੂਜੇ ਭਾਏ ਪੜੇ ਨਿਤ ਵਿਖਿਆ ਨਾਮ ਦਈ ਖਵਾਇਆ 513 ਅੰਕ ਤੇ ਮਹਲਾ ਚੌਥਾ। ਔਰ ਮਹਲਾ ਪੰਜਵਾਂ ਤੇ ਆਇਆ ਹੈ,
ਸੋ ਘਰ ਦੇ ਵਸਾਇਆ 625 ਅੰਕ ਦੇ ਉੱਤਰ। ਔਰ ਭਿੱਖਾ ਭਗਤ ਜੀ ਨੇ ਜਿਹੜੇ ਹਨ ਬੜੇ ਮਹੱਲੇ ਦੇ ਉਚਾਰੇ ਹਨ ਔਰ ਬਾਣੀ ਉਹਦੇ ਵਿੱਚ ਲਿਖਿਆ ਗੁਰਦੇਵ ਮਿਲਾਇਓ ਭਿੱਖਿਆ ਜਿਵ ਤੂੰ ਰੱਖੈ ਤਿਵ ਰਹੋ। ਇਹ 1396 ਅੰਕ ਦੇ ਉੱਪਰ ਹੈ। ਤੋ ਇਹ ਜਾਣਕਾਰੀ ਸੀ ਮੇਰੇ ਕੋਲ, ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗਰੁੱਪ 'ਚ ਸਾਂਝੀ ਕਰ ਦਿਓ ਤਾਂ ਭੇਜ ਦਿਓ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਹੋ ਗਿਆ ਵੀਰ ਜੀ। ਤਜਿੰਦਰ ਸਿੰਘ ਕੁਛ ਕਹਿਣਾ? ਤਜਿੰਦਰ ਸਿੰਘ, ਤੁਹਾਡੀ ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਰਾਜ ਸਿੰਘ ਜੀ, ਆਪਾਂ ਚਲੋ ਇਹ ਸਮਾਂ ਦੌੜ ਰਿਹਾ ਹੈ। ਅਗਲਾ ਸਵਾਲ ਜਿਹੜਾ ਹੈ ਉਹ ਫਿਰ ਇਤਿਹਾਸ ਨਾਲ ਸੰਬੰਧ ਰੱਖਦਾ। ਤੋ ਇਤਿਹਾਸ 'ਚ ਆਪਾਂ ਦੇਖਦੇ ਹਾਂ ਕਿ ਜਿਹੜਾ ਸਾਡਾ ਹੁਣ ਪਿਛਲਾ 15ਵਾੜਾ ਲੰਘ ਕੇ ਗਿਆ, ਦਸੰਬਰ ਦਾ ਸੈਕੰਡ ਹਾਫ ਜਿਹੜਾ ਹੈ, ਇਹਦੇ ਵਿੱਚ ਦੁਨੀਆ ਦੀ ਅਸਾਮੀ ਜੰਗ ਜਿੱਥੇ ਚਮਕੌਰ ਸਾਹਿਬ ਦੀ ਹੋਈ ਹੈ, ਉੱਥੇ ਦੁਨੀਆ ਵਿੱਚ ਨਾ ਮਿਸਾਲ ਮਿਲਣ ਵਾਲੀ ਨਾ ਕਦੀ ਹੋਈ ਹੈ ਤੇ ਨਾ ਹੀ ਕੋਈ ਹੋਏਗੀ। ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਔਰ ਕਈ ਤਰ੍ਹਾਂ ਦੇ ਪਹਿਲੇ ਤਸੀਹੇ ਦਿੱਤੇ ਗਏ। ਤੋ ਇਹ ਸਾਰਾ ਜਿਹੜਾ ਐਪੀਸੋਡ ਹੈ ਇਹ ਬੜਾ ਹੀ ਮਹੱਤਵਪੂਰਨ। ਉਹਦੇ ਬਾਰੇ ਇੱਕ ਸਾਡਾ ਸਵਾਲ ਆਇਆ ਸਾਡੇ ਕੋਲ ਕਿ ਉਹਨਾਂ 'ਚ ਕਿਉਂਕਿ ਜ਼ਿਕਰ ਆਉਂਦਾ ਵੀ ਜਿਸ ਵੇਲੇ ਸਰਸਾ ਨਦੀ ਕ੍ਰਾਸ ਕੀਤੇ ਤਾਂ ਕੁਮਾ ਮਾਸ਼ਕੀ ਦਾ ਜ਼ਿਕਰ ਆਇਆ। ਜਿਸ ਵੇਲੇ ਠੰਡੇ ਬੁਰਜ ਵਿੱਚ ਮਹਾਰਾਜ ਮਾਤਾ ਜੀ ਔਰ ਸਾਹਿਬਜ਼ਾਦੇ ਸਨ ਤਾਂ ਮੋਤੀ ਰਾਮ ਮਹਿਰਾ ਦਾ ਜ਼ਿਕਰ ਆਇਆ। ਤੇ ਜਿਸ ਵੇਲੇ ਸੰਸਕਾਰ ਹੁੰਦਾ ਤੇ ਟੋਡਰ ਮਲ ਜੀ ਦਾ ਜ਼ਿਕਰ ਆਇਆ। ਤੋ ਸਾਡੇ ਕੋਲ ਸਵਾਲ ਆਇਆ ਵੀ ਕੁਮਾ ਮਾਸ਼ਕੀ, ਟੋਡਰ ਮਲ ਜੀ ਤੇ ਮੋਤੀ ਰਾਮ ਮਹਿਰਾ ਜੀ, ਇਹਨਾਂ ਬਾਰੇ ਕੋਈ ਇਤਿਹਾਸਕ ਜਾਣਕਾਰੀ ਦਿਓ। ਮੈਂ ਬੇਨਤੀ ਕਰਾਂਗਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਵੀ ਸੰਖੇਪ ਵਿੱਚ ਸਾਨੂੰ ਇਹਨਾਂ ਤਿੰਨਾਂ ਮਹਾਂਪੁਰਖਾਂ ਬਾਰੇ ਜਾਣਨਾ ਪਵੇ। ਪ੍ਰਿੰਸੀਪਲ ਸਾਹਿਬ। ਹਾਂਜੀ ਵੀਰ ਜੀ, ਆਵਾਜ਼ ਆ ਰਹੀ ਜੀ? ਹਾਂਜੀ, ਬਿਲਕੁਲ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨੇ ਹੀ ਸ਼ਖਸੀਅਤਾਂ ਬਾਰੇ ਥੋੜਾ ਅਸੀਂ ਸਾਰੇ ਜਾਣਦੇ ਹਾਂ। ਸਭ ਤੋਂ ਪਹਿਲਾਂ ਭਾਈ ਕੁਮਾ ਮਾਸ਼ਕੀ ਜੀ, ਜਿਨ੍ਹਾਂ ਬਾਰੇ 3 ਪੁਸਤਕਾਂ ਦਾ ਹਵਾਲਾ ਦੇ ਕੇ ਛੰਨ ਭਾਈ ਕੁਮਾ ਮਾਸ਼ਕੀ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਬੰਧਕ ਜਿਨ੍ਹਾਂ ਨੇ ਖੋਜ ਕੀਤੀ ਔਰ ਇੱਕ ਕਿਤਾਬ ਵੀ ਲਿਖੀ ਹੈ ਪੋਹ ਮਹੀਨੇ ਦੀਆਂ 7 ਰਾਤਾਂ। ਉਹਦੇ ਵਿੱਚ ਉਹ 3 ਵਿਦਵਾਨਾਂ ਦੇ ਜੋ ਪੁਰਾਤਨ ਸਮੇਂ ਹੋਏ ਹਵਾਲਾ ਦੇ ਕੇ ਲਿਖਦੇ ਹਨ। ਉਹ ਕਿਤਾਬਾਂ ਦਾ ਨਾਮ ਮੈਂ ਪਹਿਲਾਂ ਦੱਸ ਦੇਵਾਂ ਕਿ ਕਥਾ ਗੁਰੂ ਜੀ ਕੇ ਸੁਤਨ ਕੀ, ਕ੍ਰਿਤ ਭਾਈ ਦੁੰਨਾ ਸਿੰਘ ਜੀ ਹੰਡੂਰੀਆ, ਇਹ 1790 ਸੰਮਤ ਲਿਖਿਆ ਹੈ। ਉਹਦੇ ਵਿੱਚ ਗੁਰੂ ਕੀਆਂ ਸਾਖੀਆਂ, ਕ੍ਰਿਤ ਭਾਈ ਸਰੂਪ ਸਿੰਘ ਜੀ ਕੋਸ਼ਿਸ਼ 1764 ਈਸਵੀ ਲਿਖਿਆ ਤੇ ਸ਼ਹੀਦਨਾਮਾ ਕਵੀ ਭਾਈ ਕਿਸ਼ਨ ਸਿੰਘ ਜੀ ਸੰਮਤ 1812। ਇਹ 3 ਪੁਸਤਕਾਂ ਦੇ ਆਧਾਰ ਤੇ ਉਹਨਾਂ ਨੇ ਲਿਖਿਆ ਹੈ। 6 ਤੇ 7 ਪੋਹ ਦੀ ਰਾਤ, ਪਹਿਲੀ ਰਾਤ ਸੀ ਜੋ ਮਾਤਾ ਗੁਜਰੀ ਜੀ ਨੇ ਕੰਮੋ ਮਾਸ਼ਕੀ ਜੋ ਕਿਸ਼ਤੀ ਚਲਾਉਂਦਾ ਸੀ ਉਸ ਦੀ ਝੁੰਗੀ ਵਿੱਚ ਬਤੀਤ ਕੀਤੀ ਹੈ ਬੱਚਿਆਂ ਸਮੇਤ। ਤੇ ਉਸ ਵਕਤ ਉਹਦਾ ਨਾਮ ਪਹਿਲਾਂ ਉਹਨਾਂ ਨੇ ਕਰਮਾ ਜਾਂ ਕਰਮਚੰਦ ਲਿਖ ਕੇ ਬਾਅਦ 'ਚ ਦੱਸਿਆ ਕਿ ਧਰਮ ਤਬਦੀਲ ਜਿਹੜਾ ਹੈ ਉਹ ਮੁਗਲਾਂ ਦੇ ਜ਼ੁਲਮ ਕਰਕੇ ਉਹਨੇ ਕੀਤਾ ਸੀ, ਕਰੀਮ ਬਖਸ਼। ਤੇ ਛੋਟਾ ਨਾਮ ਕੰਮੋ ਜਾਂ ਕੀਮਾ ਆਦਿਕ ਨਾਮ ਜਿਹੜੇ ਹੈ ਉਹ ਦਿੱਤੇ ਗਏ ਨੇ। ਤੇ ਉਹ ਹਵਾਲਾ ਮੈਂ ਆਪ ਜੀ ਨੂੰ ਦੱਸ ਦੇਵਾਂ। ਇਹ ਉਹ ਥਾਂ ਹੈ ਜਿੱਥੇ ਬੇੜੀ ਚਲਾਉਣ ਵਾਲਾ ਮਲਾਹ ਬਾਬਾ ਕੁੰਮਾ ਸਤਲੁਜ ਦਰਿਆ ਦੇ ਪੱਤਨ ਕਿਨਾਰੇ ਕੱਖਾਂ ਕਾਨਿਆਂ ਦੀ ਬਣੀ ਹੋਈ ਝੌਂਪੜੀ 'ਚ ਆਪਣਾ ਨਿਵਾਸ ਰੱਖਦਾ ਸੀ। ਸਮੇਂ ਦੇ ਥਪੇੜਿਆਂ ਨੇ ਇਸ ਨੂੰ ਕੀਮਾ, ਕੁੰਮਾ ਮਾਸ਼ਕੀ ਜਾਂ ਕਰੀਮ ਬਖਸ਼ ਬਣਾ ਦਿੱਤਾ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਪੰਜਾਬ ਵਿੱਚ ਦੁਸ਼ਟਾਂ ਨੂੰ ਸੋਧਦਾ ਹੋਇਆ ਰੋਪੜ ਦੇ ਇਲਾਕੇ 'ਚ ਆਇਆ ਤਾਂ ਉਸ ਨੂੰ ਇੱਕ ਗਰੀਬ ਮਲਾਹ ਦੀ ਸੇਵਾ ਬਾਰੇ ਪਤਾ ਲੱਗਾ। ਅੰਤ ਔਖੇ ਕਠਨ ਤੇ ਬਿਪਤਾ ਸਮੇਂ ਦਾਦੀ ਮਾਂ ਤੇ ਮਾਸੂਮਾਂ ਦੀ ਜ਼ਿੰਦਗੀ ਨੂੰ ਆਪਣੀ ਝੌਂਪੜੀ ਵਿੱਚ ਵਿਸ਼ਰਾਮ ਕਰਾ ਕੇ ਇਹਨੇ ਵੱਡੀ ਘਾਲਨਾ ਘਾਲੀ ਸੀ। ਇਹਦੀ ਸੇਵਾ ਘਾਲਨਾ ਤੋਂ ਪ੍ਰਸੰਨ ਹੋ ਕੇ ਬੰਦਾ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਬੁਲਾ ਇਹਦਾ ਬਹੁਤ ਆਦਰ ਸਤਿਕਾਰ ਦੇ ਕੇ ਨਿਵਾਜਿਆ। ਧਨ ਪਦਾਰਥ, ਵਸਤਰ ਤੇ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਦੇ ਇਸ ਦਾ ਸਨਮਾਨ ਵੀ ਕੀਤਾ। ਜੋ ਅੰਮ੍ਰਿਤ ਛਕ ਕੇ ਇਸ ਨੂੰ ਕਰਮ ਸਿੰਘ ਦਾ ਨਾਮ ਰੱਖ ਦਿੱਤਾ ਗਿਆ। ਇਸ ਬਾਰੇ ਕਵੀ ਭਾਈ ਕਿਸ਼ਨ ਸਿੰਘ ਜੀ
ਇਹਨਾਂ 17 ਲਿਖਦੇ ਨੇ ਕਵੀ ਭਾਈ ਕਿਸ਼ਨ ਸਿੰਘ ਸੰਮਤ 1812 ਵਿੱਚ ਇੱਕ ਕਿਤਾਬ ਦਾ ਹਵਾਲਾ ਲਿਖਿਆ ਹੈ ਉਹਨਾਂ ਨੇ ਕਿ ਬੰਦੇ ਸੁਣੀ ਕਰਮੂ ਕੀ ਗਾਥਾ तिने कमाई सेव अकाथा अपने निकट ते लियो बुलाए आदर दीनो बहुत अधिकाए छत मोहरे और वस्त्र पारा। छत का मतलब प्रतिशत, छत का मतलब सैंकड़े, मोहरां दित्तियां, वस्त्र दिते, बंदे भेटे, बहु कर सत्कारा। बाबा बंदा सिंह जी ने सत्कार दिता। करमू चीवर भया प्रसन्न मुखों लावे सतगुर धन धन तिने पुने ਸਿੰਘ ਸਾਜਨ ਕੀਨਾ ਕਰਮਾਂ ਤੇ ਭਿਓ ਕਰਮ ਸਿੰਘ ਪ੍ਰਵੀਨਾ। ਇਹ ਹਵਾਲਾ ਪੁਰਾਤਨ ਪੁਸਤਕਾਂ ਵਿੱਚੋਂ ਲੱਭ ਕੇ ਸਰਦਾਰ ਸੁਰਿੰਦਰ ਸਿੰਘ ਜੀ ਜ਼ਹੂਰਾ ਜੋ ਇਸ ਸਥਾਨ ਦੀ ਸੇਵਾ ਕਰਵਾ ਰਹੇ ਹਨ ਉਹਨਾਂ ਨੇ ਬੜੀ ਖੋਜ ਭਰਪੂਰ ਕਿਤਾਬ ਇਹ ਲਿਖੀ ਹੈ। ਔਰ ਦੂਜੇ ਨੰਬਰ ਤੇ ਜਦੋਂ ਅਸੀਂ ਦੀਵਾਨ ਟੋਡਰਮਲ ਜੀ ਦਾ ਪੜ੍ਹਦੇ ਹਾਂ ਤਾਂ ਦੀਵਾਨ ਟੋਡਰਮਲ ਜੀ ਬਾਰੇ ਕਿਤਾਬ ਜਿਹੜੀ ਹੈ ਸਿੱਖ ਇਤਿਹਾਸ ਦੇ ਅਣਗੋਲੇ ਪੱਤਰੇ ਇੱਕ ਨਵੀਂ ਖੋਜ ਤੇ ਸਰਦਾਰ ਰਘਵੀਰ ਸਿੰਘ ਜੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਨੇ ਤੇ ਇਸ ਕਿਤਾਬ ਦਾ ਮੁੱਖਬੰਦ ਵੀ ਉਹਨਾਂ ਨੇ ਮੇਰੇ ਕੋਲੋਂ ਲਿਖਾਇਆ ਸੀ। ਉਹ ਆਪਣੀ ਕਿਤਾਬ ਦੇ 295, 96 ਤੇ 97 ਪੰਨੇ ਤੇ ਜ਼ਿਕਰ ਕਰਦੇ ਨੇ ਕਿ ਦੋ ਟੋਡਰਮਲ ਹੋਏ ਹਨ ਸਿੱਖ ਇਤਿਹਾਸ ਦੇ ਵਿੱਚ ਜਾਂ ਉਸ ਵੇਲੇ ਦੇ ਇਤਿਹਾਸ ਦੇ ਵਿੱਚ। ਤੇ ਇਹ ਟੋਡਰਮਲ ਪਹਿਲਾ ਜਿਹੜਾ ਹੈ 1523 ਵਿੱਚ ਲਾਹੌਰ ਦੇ ਚੂਣੀਆਂ ਪਿੰਡ ਵਿੱਚ ਇੱਕ ਗਰੀਬ ਖੱਤਰੀ ਦੇ ਘਰ ਪੈਦਾ ਹੋਇਆ ਜੋ ਅਕਬਰ ਬਾਦਸ਼ਾਹ ਦਾ ਦੀਵਾਨ ਬਣਿਆ। ਉਸਨੇ ਰੈਵਨਿਊ ਨਿਯਮ ਬਣਾਏ ਅਤੇ ਆਪਣੀ ਲਿਆਕਤ ਦੇ ਜ਼ੋਰ ਨਾਲ ਲਾਹੌਰ ਦਾ ਹਾਕਮ ਬਣਿਆ। ਉਹ ਟੋਡਰਮਲ ਅਕਬਰ ਦਰਬਾਰ ਦੇ 9 ਰਤਨਾਂ ਵਿੱਚੋਂ ਇੱਕ ਸੀ। 1599 ਵਿੱਚ ਇਸ ਦਾ ਦੇਹਾਂਤ ਹੋਇਆ ਹੈ। ਤੇ ਦੂਜਾ ਟੋਡਰਮਲ ਜੋ ਹੈ ਸਰਹੰਦ ਦਾ ਵਸਨੀਕ ਸ਼ਾਹੂਕਾਰ ਸੀ, ਇਸ ਲਈ ਉਸਨੂੰ ਸੇਠ ਟੋਡਰਮਲ ਜੀ ਵੀ ਕਹਿੰਦੇ ਹਨ। ਉਹ ਵੀ ਅੱਤ ਦਰਜੇ ਦਾ ਪਾਰਖੂ ਪ੍ਰਬੰਧਕ ਸੀ। ਸਰਹੰਦ ਦੇ ਲੋਕ ਉਸਨੂੰ ਫੌਜਦਾਰ ਜਿੰਨਾ ਸਤਿਕਾਰ ਦਿੰਦੇ ਸਨ। ਹਰ ਗਰੀਬ ਗੁਰਬੇ ਜਾਂ ਮਜ਼ਲੂਮ ਦੀ ਸਹਾਇਤਾ ਕਰਨੀ ਆਪਣਾ ਧਰਮ ਸਮਝਦਾ ਸੀ। ਜਦੋਂ ਇਹ ਸਰਹੰਦ ਹਕੂਮਤ ਦਾ ਅਮੀਨ ਬਣਿਆ ਤਦ ਬਾਦਸ਼ਾਹ ਸ਼ਾਹਜਹਾਨ ਨੇ ਉਸਦੇ ਚੰਗੇ ਪ੍ਰਬੰਧ ਤੋਂ ਪ੍ਰਭਾਵਿਤ ਹੋਇਆ ਸੀ ਤੇ ਉਸਨੇ ਅਮੀਨ ਦੇ ਅਹੁਦੇ ਨਾਲ ਇਸ ਨੂੰ ਦੀਵਾਨੇ ਸਰਹੰਦ ਵੀ ਨਿਯੁਕਤ ਕਰ ਦਿੱਤਾ। ਅਗਲੇ ਸਾਲ ਜਦੋਂ ਸ਼ਾਹਜਹਾਨ ਮੁੜ ਸ਼ਿਕਾਰ ਖੇਡਣ ਸਰਹੰਦ ਆਇਆ ਤਾਂ ਉਸਨੇ ਟੋਡਰਮਲ ਨੂੰ ਅਮੀਨ, ਦੀਵਾਨ ਤੇ ਫੌਜਦਾਰ ਤਿੰਨਾਂ ਅਹੁਦਿਆਂ ਦਾ ਅਧਿਕਾਰ ਦਿੱਤੇ। ਚੌਥੇ ਸਾਲ ਸੰਨ 1634 ਵਿੱਚ ਜਦੋਂ ਸ਼ਾਹਜਹਾਨ ਮੁੜ ਦੌਰੇ ਤੇ ਆਇਆ ਤਾਂ ਉਹਨੇ ਸੇਠ ਟੋਡਰਮਲ ਨੂੰ 1000 ਜਵਾਨ, 1000 ਸਵਰਾਂ ਦਾ ਮਨਸਬ ਤੇ 2 ਘੋੜਿਆਂ ਵਾਲੀ ਬੱਘੀ ਪ੍ਰਦਾਨ ਕੀਤੀ। ਸੇਠ ਸਾਹਿਬ ਨੇ ਅਗਲੇ ਸਾਲ ਹੋਰ ਵੀ ਚੰਗੇ ਨਤੀਜੇ ਦਿੱਤੇ ਤੇ ਸਰਹੰਦ ਸ਼ਹਿਰ ਖੁਸ਼ਹਾਲ ਹੋ ਗਿਆ ਤੇ ਬਾਦਸ਼ਾਹ ਨੇ ਖੁਸ਼ ਹੋ ਕੇ 1635 ਈਸਵੀ ਦੇ ਦੌਰੇ ਸਮੇਂ ਸ਼ਾਹਜਹਾਨ ਨੇ ਇਸ ਨੂੰ 2500 ਸਵਾਰਾਂ ਦੀ ਮਨਸਬੀ ਤੇ 3 ਘੋੜਿਆਂ ਵਾਲੀ ਬੱਘੀ ਪ੍ਰਦਾਨ ਕੀਤੀ। 1658 ਈਸਵੀ ਜਦੋਂ ਔਰੰਗਜ਼ੇਬ ਤਖਤ ਤੇ ਬੈਠਾ ਉਸਨੇ ਵਜ਼ੀਰ ਖਾਨ ਨੂੰ ਫੌਜਦਾਰ ਨਿਯੁਕਤ ਕਰਕੇ ਤੇ ਇਹ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਦਿੱਤੀਆਂ ਤੇ ਟੋਡਰਮਲ ਨੂੰ ਪ੍ਰਵਾਨ ਕੀਤੀਆਂ ਹੋਈਆਂ ਸਨ। ਸੇਠ ਸਾਹਿਬ ਬੁੱਢੇ ਹੋ ਚੁੱਕੇ ਸਨ, ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਸਰਹੰਦ ਹਕੂਮਤ ਦੀਆਂ ਰਿਹਾਇਸ਼ਗਾਹਾਂ ਵਿੱਚ ਸੇਠ ਸਾਹਿਬ ਦੀ ਰਿਹਾਇਸ਼ ਦਾ ਸਭ ਤੋਂ ਉੱਤਮ ਇਹ 3 ਮੰਜ਼ਲੀ ਆਲੀਸ਼ਾਨ ਹਵੇਲੀ ਸਮੁੰਦਰੀ ਜਹਾਜ਼ ਵਰਗੀ ਹੋਣ ਕਰਕੇ ਇਸ ਨੂੰ ਜਹਾਜ਼ੀ ਹਵੇਲੀ ਕਹਿੰਦੇ ਹਨ। ਇਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਾਹਮਣੇ 200 ਗਜ ਦੀ ਦੂਰੀ ਤੇ ਸਥਿਤ ਹੈ। ਇਸ ਦੇ ਖੰਡਰਾਂ ਨੂੰ ਦੇਖ ਕੇ ਅੱਜ ਵੀ ਇਹ ਕਿਹਾ ਜਾ ਸਕਦਾ ਹੈ ਕਿ ਉਸ ਵੇਲੇ ਬੇਸਮੈਂਟ ਦੇ ਵਿੱਚ ਵਿਛਾਈਆਂ ਹੋਈਆਂ ਪਾਈਪਾਂ ਤੇ 에ਅਰ ਕੰਡੀਸ਼ਨ ਆਮ ਪ੍ਰਬੰਧ ਕੀਤਾ ਗਿਆ ਸੀ। ਸੇਠ ਟੋਡਰਮਲ ਦੀ ਲੋਕਪ੍ਰਿਯਤਾ ਉਸ ਵੇਲੇ ਬਹੁਤ ਜ਼ਿਆਦਾ ਵਧੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਉਹਨੇ ਅਸ਼ਰਫੀਆਂ ਤੇ ਮੋਹਰਾਂ ਦੇ ਢੇਰ ਲਾ ਕੇ ਉਹ ਧਰਤੀ ਖਰੀਦ ਲਈ, ਜਿਹਦੇ ਬਾਰੇ ਆਮ ਸੰਗਤਾਂ ਜਾਣੂ ਹਨ। ਕਿਉਂਕਿ ਟਾਈਮ ਦੀ ਘਾਟ ਹੈ, ਇਸ ਲਈ ਇਹਨਾਂ ਬਾਰੇ ਟੋਡਰਮਲ ਜੀ ਬਾਰੇ ਇਹ ਜਿਹੜੀ ਜਾਣਕਾਰੀ ਮੈਂ ਇੱਥੇ ਹੀ ਬੰਦ ਕਰਦਾ ਹੋਇਆ। ਤੀਜੀ ਸ਼ਖਸੀਅਤ ਜੋ ਹੈ ਸਾਡੇ ਸਾਹਮਣੇ ਉਹ ਹੈ ਬਾਬਾ ਮੋਤੀ ਰਾਮ ਜੀ ਮਹਿਰਾ, ਜਿਨ੍ਹਾਂ ਬਾਰੇ ਅਜੇ ਮੈਂ ਇਹੀ ਸੰਖੇਪ ਇਹਨਾਂ ਪੁਸਤਕਾਂ ਦੇ ਵਿੱਚੋਂ ਹੀ ਪੜ੍ਹਿਆ ਹੈ ਕਿ ਪ੍ਰੋਫੈਸਰ ਹਬੀਬ ਜੀ ਨੇ ਜੋ ਲਿਖਿਆ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜ਼ਰੂਰ ਪਰ ਖੋਜਿਆ ਨਹੀਂ ਜਾਂ ਸੰਭਾਲਿਆ ਨਹੀਂ। ਬਾਬਾ ਮੋਤੀ ਰਾਮ ਜੀ ਬਾਰੇ ਜੋ ਪਤਾ ਲੱਗਦਾ ਹੈ 8ਵੇਂ ਪਾਤਸ਼ਾਹ ਜੀ ਨੇ ਜਿਸ ਛੱਜੂ ਝਿਊਰ ਤੋਂ ਪੰਜੋਖੜਾ ਸਾਹਿਬ ਵਿਖੇ
ਅਰਥ ਕਰਵਾਏ ਸੀ ਗੀਤਾ ਦੇ, ਉਹ ਛੱਜੀ ਝੂਰ ਨੂੰ ਬਾਅਦ ਚ ਪ੍ਰਚਾਰਕ ਬਣਾ ਕੇ ਭੇਜ ਦਿੱਤਾ ਗਿਆ ਹੈ ਜਗਨਨਾਥਪੁਰੀ ਬਤੌਰ ਪ੍ਰਚਾਰਕ। ਤੇ ਉਹਨਾਂ ਦੇ ਅੱਗੇ ਦੋ ਪੁੱਤਰਾਂ ਦਾ ਜ਼ਿਕਰ ਜਿਹੜਾ ਹੈ ਉਹ ਆਉਂਦਾ ਹੈ। ਇੱਕ ਭਾਈ ਹਰਾ ਸਿੰਘ ਜੀ ਸ਼ਹੀਦ, ਇਹ ਵੱਡੇ ਨੇ, ਤੇ ਛੋਟੇ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿੱਚ, ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਇਹ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਏ। ਇਸ ਹਿਸਾਬ ਦੇ ਨਾਲ ਇਹ ਭਾਈ ਹਰਾ ਸਿੰਘ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲਾਂ ਦੀ ਅਸਲੀਅਤ ਦੱਸਣ ਲਈ ਸਿੱਖਾਂ ਨੂੰ ਅਨੰਦਪੁਰ ਸਾਹਿਬ ਖਾਲੀ ਕਰਨ ਤੋਂ ਪਹਿਲਾਂ ਉਹਨਾਂ ਦਾ ਇਮਤਿਹਾਨ ਲਿਆ ਕਿ ਕੀ ਕਰਨਗੇ, ਉਹ ਖੋਤਿਆਂ ਤੇ ਸ਼ਹਿਰ ਦਾ ਸਾਰਾ ਗੰਦ-ਮੰਦ ਲੱਦ ਕੇ ਤੇ ਉੱਤੇ ਜਰੀ ਦੇ ਰੁਮਾਲੇ ਸੁੱਟ ਕੇ ਜਦੋਂ ਕਾਫਲਾ ਭੇਜਿਆ ਸੀ, ਇਸ ਕਾਫਲੇ ਦੇ ਅੱਗੇ ਅੱਗੇ ਭਾਈ ਸਾਹਿਬ ਭਾਈ ਹਰਾ ਸਿੰਘ ਦਾ ਜਥਾ ਸੀ ਤੇ ਇਸੇ ਲੜਾਈ ਦੇ ਵਿੱਚ ਭਾਈ ਹਰਾ ਸਿੰਘ ਜੀ ਸ਼ਹੀਦ ਹੋਏ। ਤੇ ਉਹ ਭਾਈ ਹਰਾ ਸਿੰਘ ਜੀ ਦੇ ਸੁਪੁੱਤਰ ਸਨ ਤੇ ਭਾਈ ਹਿੰਮਤ ਸਿੰਘ ਜੀ ਦੇ ਪੰਜ ਪਿਆਰੇ ਦੇ ਭਤੀਜੇ ਲੱਗਦੇ ਸੀ। ਇਹ ਭਾਈ ਮੋਤੀ ਰਾਮ ਜੀ ਮਹਿਰਾ, ਇਹਨਾਂ ਦੀ ਮਾਤਾ ਦਾ ਨਾਮ ਲੱਦੋ, ਪਤਨੀ ਭੋਲੀ ਜੀ, ਪੁੱਤਰ ਨਾਰਾਇਣ, ਤੇ ਰਿਹਾਇਸ਼ ਇਹਨਾਂ ਦਾ ਮੁਹੱਲਾ ਮਾਨ ਸਰੀਬ ਟਿੱਬਾ ਸਰਹੰਦ ਦੇ ਵਿੱਚ। ਮੇਰੇ ਤੋਂ ਇਹ ਨਹੀਂ ਪਤਾ ਕਰ ਸਕਿਆ ਮੈਂ ਕਿ ਮਹੱਲਾ ਹੁਣ ਵੀ ਇਹਦਾ ਇਹੀ ਨਾਂ ਹੈ ਕਿ ਬਦਲ ਚੁੱਕਿਆ ਹੈ। ਸੋ ਇਹ ਜਾਣਕਾਰੀ ਜਿਹੜੀ ਹੈ ਸਾਨੂੰ ਇਹ ਮਿਲਦੀ ਹੈ ਇਹਨਾਂ ਪੁਸਤਕਾਂ ਦੇ ਵਿੱਚੋਂ। ਬਾਕੀ ਮੋਤੀ ਰਾਮ ਡਿਊਟੀ ਕਰਦਾ ਸੀ ਸਰਕਾਰੀ ਸੂਬਾ ਸਰਹੰਦ ਦੇ ਕੋਲ, ਜੋ ਹਿੰਦੂ ਰਾਜੇ ਮਹਾਰਾਜੇ ਉਹਨਾਂ ਕੋਲ ਆਉਂਦੇ ਸਨ ਜਾਂ ਕੈਦੀ ਸ਼ਾਹੀਦਾਂ ਦੇ ਆਉਂਦੇ ਸਨ, ਉਹਨਾਂ ਦਾ ਲੰਗਰ ਤਿਆਰ ਕਰਨ ਦੇ ਲਈ। ਤੇ ਉਸ ਰਾਤ ਦੁੱਧ ਦਾ ਗੜਵਾ ਆਪਣੇ ਘਰ ਤੋਂ ਇਹ ਗਰਮ ਕਰਕੇ ਲੈ ਗਿਆ। ਇਹਦਾ ਹਵਾਲਾ ਸੰਤ ਨਾਰਾਇਣ ਪ੍ਰੇਮ ਸਿੰਘ ਜੀ ਆਪਣੀ ਪੁਸਤਕ ਵਿੱਚ ਦਿੰਦੇ ਆ ਕਿ ਪਿੱਖ ਕੇ ਪ੍ਰੇਮ ਸੋ ਮੋਤੀ ਕੇਰਾ, ਮਾਤਾ ਕਹੇ ਭਲਾ ਹੋਵੇ ਤੇਰਾ। ਸੋ ਮੁਕਤਸਰ ਦੀ ਲੜਾਈ ਤੋਂ ਬਾਅਦ ਜਦੋਂ ਇਹ ਸਾਰਾ ਭਾਣਾ ਵਾਪਰ ਗਿਆ, ਮੁਕਤਸਰ ਦੀ ਲੜਾਈ ਵਿੱਚ ਹਾਰ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਜਦੋਂ ਸੂਬਾ ਸਰਹੰਦ ਵਾਪਸ ਆਇਆ ਇਸ ਸਰਹੰਦ ਦੇ ਵਿੱਚ, ਤੇ ਉਸ ਵੇਲੇ ਗੰਗੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਜੋ ਮਾਤਾ ਜੀ ਦੀ ਮਾਇਆ ਉਹਨੇ ਚੋਰੀ ਕੀਤੀ ਸੀ ਉਹ ਤਾਂ ਪੁੱਛੀ ਜਾ ਰਹੀ ਸੀ ਵੀ ਉਹ ਥੈਲੀ ਕਿੱਥੇ ਹੈ, ਪਰ ਜਿੱਥੇ ਉਹਨੇ ਦਵਾਈ ਸੀ ਉੱਥੋਂ ਕੋਈ ਹੋਰ ਇਹ ਕੱਢ ਕੇ ਲੈ ਗਿਆ ਜੋ ਧਰਤੀ ਦੇ ਵਿੱਚ ਦੱਬੀ ਸੀ। ਉਹਦੇ ਕਰਕੇ ਗੰਗੂ ਦੀ ਛਿੱਤਰ ਪਰੇਡ ਵੀ ਹੋ ਰਹੀ ਸੀ। ਤੇ ਉਹਨੂੰ ਛਡਾਉਣ ਵਾਸਤੇ ਜਾਂ ਉਹਦੀ ਮਦਦ ਵਾਸਤੇ ਗੰਗੂ ਦਾ ਰਿਸ਼ਤੇਦਾਰ ਮੰਗਾ ਰਾਮ ਉਹਦਾ ਨਾਂ ਸੀ, ਉਹ ਆਇਆ ਸੀ ਤੇ ਉਹਨੇ ਸੁੱਚਾਨੰਦ ਨੂੰ ਜਿਹੜੀ ਸੀ ਭਾਈ ਮੋਤੀ ਰਾਮ ਜੀ ਮਹਿਰਾ ਦੀ ਸਾਰੀ ਕੁਰਬਾਨੀ ਉਹਨੇ ਦੱਸ ਦਿੱਤੀ, ਜਿਹਦੇ ਕਰਕੇ ਮੋਤੀ ਰਾਮ ਜੀ ਦੀ ਸ਼ਿਕਾਇਤ ਸੁੱਚਾਨੰਦ ਰਾਹੀਂ ਸੂਬਾ ਸਰਹੰਦ ਦੇ ਕੋਲ ਪਹੁੰਚੀ ਤੇ ਆਪ ਕੁੱਟ ਖਾ ਕੇ ਮੁਕਤਸਰ ਦੀ ਜੰਗ ਤੋਂ ਆਇਆ ਸੀ, ਸੜੇ ਭੁੱਜੇ ਨੇ ਇਹ ਹੁਕਮ ਕਰ ਦਿੱਤਾ ਕਿ ਮੋਤੀ ਰਾਮ ਦੇ ਸਾਰੇ ਪਰਿਵਾਰ ਨੂੰ ਪਕੜ ਕੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇ। ਸੋ ਉਹ ਸ਼ਹੀਦ ਬਾਰੇ ਸਰਦਾਰ ਹਰਜਿੰਦਰ ਸਿੰਘ ਜੀ ਦਲਵੀਰ ਲਿਖਦੇ ਆ, ਹੁਣ ਵੀ ਉਹਨਾਂ ਨੇ WhatsApp ਤੇ ਪਾਇਆ ਹੋਇਆ ਸੀ ਆਪਣਾ ਵਿਚਾਰ ਕਿ ਇਹਦੇ ਬਾਰੇ ਲਿਖਤੀ ਹੋਂਦ ਕੋਈ ਨਹੀਂ ਮਿਲਦੀ ਕਿਸੇ ਪਾਸੇ ਤੇ, ਪਰ ਉਹਨਾਂ ਨੇ ਕਿੱਥੋਂ ਲਈ ਇਹਦਾ ਹਵਾਲਾ ਨਹੀਂ ਦਿੱਤਾ। ਜਿਹੜੀਆਂ ਕਿਤਾਬਾਂ ਮੇਰੇ ਕੋਲ ਤਿੰਨੇ ਹੀ ਕਿਤਾਬਾਂ ਇਹ ਪਈਆਂ ਹੋਈਆਂ ਨੇ, ਪਰ ਜਿਵੇਂ ਦਲਗੀਰ ਜੀ ਨੇ ਲਿਖਿਆ ਹੈ, ਮੈਂ ਇਹ ਬੇਨਤੀ ਕਰਦਾ ਵੀ ਕਈ ਵਾਰ ਐਸਾ ਹੁੰਦਾ ਵੀ ਗਰੀਬ ਬੰਦੇ ਦਾ ਇਤਿਹਾਸ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਕਈ ਵਾਰ ਲੋਕਾਂ ਵਿੱਚ, ਸਥਾਨਕ ਲੋਕਾਂ ਵਿੱਚ ਹੁੰਦਾ ਹੈ ਤੇ ਲਿਖਤ ਵਿੱਚ ਆਉਂਦਾ ਹੀ ਨਹੀਂ। ਜਿਵੇਂ ਹੁਣ ਭਾਈ ਜੈ ਸਿੰਘ ਖਲਕੱਟ ਪਟਿਆਲੇ ਦੇ ਵਿੱਚ ਉਹਨਾਂ ਦੀ ਯਾਦਗਾਰ ਮਿਲੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਵੀ ਬਾਅਦ ਵਿੱਚ ਦੇ ਕੋਈ ਸੂਬਾ ਸਰਹੰਦ ਨੇ ਹੁੱਕਾ ਚੁੱਕਣ ਲਈ, ਸਮਾਨ ਛੱਡਣ ਲਈ ਬਗਾਰ ਦਿੱਤੀ ਸੀ। ਛੋਟੀਆਂ ਜਾਤਾਂ ਜੋ ਗਰੀਬ ਹੋਣ ਕਰਕੇ ਬਗਾਰਾਂ ਦਿੰਦੇ ਸਨ, ਪਰ ਜਦੋਂ ਭਾਈ ਸਾਹਿਬ ਨੇ ਕਿਹਾ ਪਹਿਲਾਂ ਮੈਨੂੰ ਦੱਸੋ ਇਹਦੇ 'ਚ ਕੀ ਹੈ, ਤੇ ਉਹਨਾਂ ਨੇ ਦੱਸਿਆ ਵੀ ਇਹਦੇ 'ਚ ਕੁਛ ਤੰਬਾਕੂ, ਹੁੱਕਾ ਤੇ ਹੋਰ ਸਮਾਨ ਹੈ ਨਵਾਬ ਸਾਹਿਬ ਦਾ, ਤੇ ਛੇਤੀ ਲੈ ਕੇ ਤੂੰ ਸਰਹੰਦ ਪਹੁੰਚ ਜਾ। ਉਹਨਾਂ ਨੇ ਨਾ ਦੇ ਦਿੱਤੀ ਤੇ ਇਸੇ ਕਰਕੇ ਸੜਕੇ ਉਹ ਭਾਈ ਜੈ ਸਿੰਘ ਨੂੰ ਪੁੱਠਾ ਟੰਗ ਕੇ ਖੱਲ ਲਾਈ ਗਈ ਸੀ, ਜਿੱਥੋਂ ਅਰਦਾਸ ਦੇ ਵਿੱਚ ਪੁੱਠੀਆਂ ਖੱਲਾਂ ਲਵਾਈਆਂ ਦਾ ਜ਼ਿਕਰ ਵੀ ਪੁਰਾਤਨ ਅਰਦਾਸਾਂ ਵਿੱਚ ਆਉਂਦਾ ਹੈ। ਪੰਥ ਪ੍ਰਮਾਣਿਤ ਰਹਿਤ ਮਰਜ਼ਾਦਾ ਵਿੱਚ ਸ਼ਬਦਾਵਲੀ ਕੁਝ ਘਟਾਈ ਗਈ ਹੈ। ਤੇ ਜਿਵੇਂ ਜੈ ਸਿੰਘ ਜੀ ਖਲਕੱਟ ਦੀ ਯਾਦਗਾਰ ਹੁਣ ਮਿਲੀ, ਕਈ ਸਾਡੇ ਇਲਾਕੇ ਦੇ ਵਿੱਚ ਐਸੀਆਂ ਯਾਦਗਾਰਾਂ ਹੈ ਉਹ ਲਿਖਤ ਵਿੱਚ ਆਉਂਦੀਆਂ ਹੀ ਨਹੀਂ। ਬਾਬਾ ਗੁਰਬਖਸ਼ ਸਿੰਘ ਜੀ ਗੁਰਦੁਆਰਾ ਸੀਸਗੰਜ ਸਾਹਿਬ ਜਿਹਨਾਂ ਨੂੰ ਸੇਵਾ ਲਾਈ ਸੀ, ਉਹ ਬਾਅਦ 'ਚ ਨੇੜੇ 7-8 ਕਿਲੋਮੀਟਰ ਤੇ ਕੋਟਲਾ ਪਾਵਰ ਹਾਊਸ ਦੇ ਲਾਗੇ ਪਿੰਡ ਰਾਏ ਪ੍ਰਸਾਨੀ ਹੈ, ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਤੇ ਡੈਥ ਹੋਈ ਸੀ ਉਹਨਾਂ ਦੀ। ਉੱਥੇ ਗੁਰਦੁਆਰਾ ਬਣਿਆ ਹੋਇਆ, ਪਰ ਲਿਖਤਾਂ ਵਿੱਚ ਇਹ ਮਿਲਦਾ ਨਹੀਂ। ਜਦੋਂ ਐਤਕੀ ਦੇ ਅਸੀਂ ਕੋਈ ਪ੍ਰੋਗਰਾਮ ਵਿੱਚ ਦੱਸਿਆ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਆਪ ਹੈਰਾਨ ਹੋ ਗਏ, ਕਹਿੰਦੇ ਮੈਨੂੰ 2-3 ਸਾਲ ਹੋ ਗਏ ਤੇ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ।
ਉਹ ਅਸੀਂ ਕੋਈ ਪ੍ਰੋਗਰਾਮ ਵਿੱਚ ਪੇਸ਼ ਕੀਤਾ ਸੀ। ਸੋ ਦਲਗੀਰ ਜੀ ਜਿਹੜੇ ਆ ਉਹ ਸੱਚੇ ਹੋਣੇ ਆ ਕਿ ਨਹੀਂ ਲਿਖਤੀ ਆਇਆ, ਪਰ ਐਸੇ ਮਹਾਨ ਸ਼ਹੀਦ ਨੂੰ ਭੁਲਾਇਆ ਨਹੀਂ ਜਾ ਸਕਦਾ। ਔਰ ਸਥਾਨਕ ਲੋਕਾਂ ਦੇ ਕੋਲੋਂ ਖੋਜ ਕਰਕੇ ਇਹਦੀ ਹੋਰ ਖੋਜ ਕਰਨ ਦੀ ਲੋੜ ਹੈ। ਇੱਕਦਮ ਰਿਜੈਕਟ ਕਰਦੀ ਹੈ ਟੱਬਰ ਸਮੇਤ, ਸਾਰਾ ਟੱਬਰ 5 ਜੀ ਉਹਨਾਂ ਦੇ ਕੋਹਲੂ ਵਿੱਚ ਪੀੜਨ ਦਾ ਜ਼ਿਕਰ ਮਿਲਦਾ ਹੈ। ਸੋ ਇੰਨੀ ਕੁ ਜਾਣਕਾਰੀ ਜਿਹੜੀ ਮੈਨੂੰ ਪ੍ਰਾਪਤ ਹੋਈ ਸੀ ਆਪ ਜੀ ਦੀ ਸੇਵਾ ਵਿੱਚ ਰੱਖੀ ਹੈ। ਭੁੱਲ ਗਲਤੀ ਲੇਖੇ ਵਾ ਕਿਸੇ ਨੂੰ ਹੋਰ ਜ਼ਿਆਦਾ ਮਿਲੇ ਤੇ ਮੈਂ ਧੰਨਵਾਦੀ ਹੋਵਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਜੀ, ਬੜੀ ਖੋਜ ਨਾਲ ਤੁਸੀਂ ਸਾਨੂੰ ਇਹ ਦੱਸਿਆ। ਔਰ ਜਿਵੇਂ ਭਾਈ ਜੈ ਸਿੰਘ ਜੀ ਕਾਲਕਟ ਬਾਰੇ ਆਪ ਦੱਸਿਆ ਕਿ ਮੇਰੇ ਲਈ ਤੇ ਘੱਟੋ ਘੱਟ ਨਵੀਂ ਸੂਚਨਾ, ਤਾਂ ਇੱਕ ਦਾ ਰੈਫਰੈਂਸ ਕਿਤੇ ਦਿਮਾਗ 'ਚ ਆ ਰਿਹਾ, ਪਰ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਤਾਂ ਉਹ ਹੁਣ ਦੁਬਾਰਾ ਤਾਜ਼ਾ ਹੋਈ ਹੈ। ਤਾਂ ਸਾਧ ਸੰਗਤ ਜੀ ਲੋੜ ਹੈ ਕਿ ਦੇਖੋ ਇਹ ਮਹਾਂਪੁਰਖ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੇ ਖੇਡ ਗਏ ਔਰ ਇੰਨਾ ਰਿਸਕ ਲੈ ਕੇ ਉਹਨਾਂ ਗੁਰੂ ਸਾਹਿਬਾਨ ਜਾਂ ਸਿੱਖ ਕੌਮ ਦੀ ਸੇਵਾ ਕੀਤੀ, ਜੇ ਅਸੀਂ ਉਹਨਾਂ ਨੂੰ ਯਾਦ ਨਾ ਰੱਖਾਂਗੇ ਸਾਡੀ ਬੜੀ ਵੱਡੀ ਅਕਿਰਤ ਘਣਤਾ ਹੋਏਗੀ। ਸਾਨੂੰ ਲੋੜ ਹੈ ਕਿ ਇਹ ਜਿਹੜਾ ਇਤਿਹਾਸ ਹੈ ਯਾਦ ਰੱਖੀਏ, ਕਿਉਂਕਿ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਯਾਦ ਰੱਖੀਏ। ਔਰ ਦੂਜੀ ਗੱਲ ਇਹ ਹੈ ਕਿ ਇਹਨਾਂ ਤੋਂ ਸਾਨੂੰ ਜਿਹੜੀ ਮੋਟੀਵੇਸ਼ਨ ਮਿਲਣੀ ਹੈ ਉਹਦੇ ਨਾਲ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਉਹ ਜ਼ਰੂਰ ਉਜਲਾ ਹੋਏਗਾ। ਔਰ ਜੇ ਸਾਨੂੰ ਨਹੀਂ ਪਤਾ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਕਿਵੇਂ ਦੱਸਾਂਗੇ। ਤਾਂ ਲੋੜ ਹੈ ਐਸੀਆਂ ਸਾਰੀਆਂ ਚੀਜ਼ਾਂ ਦੀ ਖੋਜ ਕਰਕੇ ਪਹੁੰਚਾਈਏ ਤੇ ਪਤਾ ਲੱਗੇ ਕਿ ਸਾਡਾ ਵਿਰਸਾ ਕਿੰਨਾ ਕੁ ਅਮੀਰ ਹੈ। ਤੇ ਮੈਂ ਸਮਝਦਾ ਵੀ ਜਿਹੜੇ ਪਤਿਤ ਪੁਣੇ ਦਾ ਹਨੇਰੀ ਝੁੱਲੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਆਪਣੇ ਇਤਿਹਾਸ ਤੋਂ ਅਸੀਂ ਜਾਣੂ ਨਹੀਂ। ਜਿਸ ਵੇਲੇ ਪਤਾ ਲੱਗੇਗਾ ਕਿ ਇੱਕ ਇਸ ਸੇਵਾ ਕਰਕੇ 5 ਮੋਤੀ ਰਾਮ ਮਹਿਰਾ ਜੀ ਦੇ 5 ਜੀਆਂ ਨੂੰ ਕੋਹਲੂ 'ਚ ਪੀੜਿਆ ਗਿਆ, ਸਿਰਫ ਇੰਨਾ ਉਹਨਾਂ ਦਾ ਕਸੂਰ ਸੀ, ਹਾਲਾਂਕਿ ਕਸੂਰ ਨਹੀਂ ਸੇਵਾ ਸੀ, ਪਰ ਉਹਨਾਂ ਦੀਆਂ ਨਜ਼ਰਾਂ 'ਚ ਕਸੂਰ ਸੀ ਕਿ ਉਹਨਾਂ ਨੇ ਦੁੱਧ ਦਾ ਗੜਵਾ ਕਿਉਂ ਪਹੁੰਚਾਇਆ। ਔਰ ਜੇਕਰ ਆਪਾਂ ਦੇਖੀਏ ਵੀ ਅਸੀਂ ਕਿੰਨੇ ਕੁ ਵੇਸਲੇ ਹਾਂ, ਤਾਂ ਇੱਕ ਸਿੱਧੀ ਮਿਸਾਲ ਹੈ ਕਿ ਉਹ ਭਾਈ ਟੋਡਰਮਲ ਜੀ ਜਿਨ੍ਹਾਂ ਨੇ ਉਸ ਵੇਲੇ ਅਸ਼ਰਫੀਆਂ ਰੱਖ ਕੇ ਤੇ ਉਹ 4 ਗਜ਼ ਜ਼ਮੀਨ ਲਈ ਸੰਸਕਾਰ ਲਈ, ਅੱਜ ਉਹਨਾਂ ਦੀ ਹਵੇਲੀ ਜਿਹੜੀ ਖੰਡਰ ਬਣੀ ਪਈ, ਜਦ ਕਿ ਉਹਨੂੰ ਬਹੁਤ ਜ਼ਿਆਦਾ ਸਤਿਕਾਰ ਦੇਣਾ ਚਾਹੀਦਾ ਸੀ, ਸਾਂਭ ਕੇ ਰੱਖਣਾ ਚਾਹੀਦੀ ਸੀ, ਸਾਡੀ ਹਿਸਟੋਰਿਕ ਨਿਸ਼ਾਨੀ। ਪਰ ਇਹ ਸਾਡੀ ਕਿਰਤਕਣਤਾ ਹੈ ਕਿ ਜੇ ਉਹਨਾਂ ਦੀ ਹਵੇਲੀ ਅੱਜ ਖੰਡਰ ਹੋਈ ਪਈ ਹੈ, ਪਿਛਲੇ ਕੁਝ ਸਾਲਾਂ ਤੋਂ ਆਵਾਜ਼ਾਂ ਤੇ ਉੱਠ ਰਹੀਆਂ ਨੇ, ਪਰ ਮੈਨੂੰ ਨਹੀਂ ਪਤਾ ਇਸ ਬਾਰੇ ਕੋਈ ਨਿੱਘਰ ਕੰਮ ਵੀ ਹੋ ਰਿਹਾ ਕਿ ਨਹੀਂ, ਜਦ ਕਿ ਫੌਰਨ ਤੋਂ ਪੇਸ਼ਤੇ ਦੇ ਕੰਮ ਜਿਹੜੇ ਨੇ ਹੋਣੇ ਚਾਹੀਦੇ ਨੇ। ਪ੍ਰਿੰਸੀਪਲ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਨੂੰ ਇਹ ਜਾਣਕਾਰੀ ਜਿਹੜੀ ਹੈ ਦਿੱਤੀ ਹੈ। ਤੋ ਮੈਂ ਇੱਕ ਹੋਰ ਸਾਡੇ ਕੋਲ ਆਇਆ ਇਹੋ ਜਿਹਾ ਸਵਾਲ, ਕਿਉਂਕਿ ਜਿਸ ਵੇਲੇ ਅਸੀਂ ਪੜ੍ਹਦੇ ਹਾਂ ਗੁਰਬਾਣੀ ਨੂੰ ਤਾਂ ਉਹਨੂੰ ਜਿਸ ਵੇਲੇ ਵਿਚਾਰਦੇ ਹਾਂ ਤੇ ਜ਼ਰੂਰੀ ਗੱਲ ਹੈ ਕਿ ਮਨ 'ਚ ਕਈ ਤਰ੍ਹਾਂ ਦੇ ਸਵਾਲ ਆਉਂਦੇ। ਇੱਕ ਤੁਕ ਆਉਂਦੀ ਹੈ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਹੀ ਬਣਾ। ਤੋ ਸਵਾਲਕਾਰ ਨੇ ਸਵਾਲ ਕੀਤਾ ਵੀ ਜਦ ਸਿੱਖ ਮਤ ਵਿੱਚ ਜਾਤ ਪਾਤ ਕੋਈ ਨਹੀਂ ਹੈ, ਮਾਨਸ ਕੀ ਜਾਤ ਸਭ ਏਕੇ ਪਹਿਚਾਨ ਦੋ, ਤੇ ਇਹ ਜਿਹੜੀ ਲਫ਼ਜ਼ ਭੱਲੇ ਹੈ ਇਹ ਜਾਤ ਕਰਕੇ ਹੈ, ਕਿਉਂਕਿ ਜਿਵੇਂ ਜਗੀਰ ਸਿੰਘ ਜੀ ਸਾਨੂੰ ਦੱਸਦੇ ਹੁੰਦੇ ਨੇ ਵੀ ਜੇਕਰ ਉਚਾਰਨ 'ਚ ਫਰਕ ਹੋ ਜਾਏ ਤੇ ਉਹਦਾ ਅਰਥ ਫਰਕ ਹੋ ਜਾਂਦਾ। ਭੱਲੇ ਤੇ ਭੱਲੇ 'ਚ ਫਰਕ ਹੈ। ਭੱਲੇ ਤੇ ਭੱਲੇ, ਜੇ ਅਧਕ ਲਾਵਾਂਗੇ ਤੇ ਭੱਲਾ ਬਣ ਗਿਆ, ਜੇ ਨਹੀਂ ਲਾਵਾਂਗੇ ਤੇ ਭੱਲੇ। ਭਲਾ ਹੁੰਦਾ ਚੰਗਾ ਮਨੁੱਖ। ਆਇਆ ਇਹਦਾ ਅਰਥ ਭੱਲੇ ਮਨੁੱਖ ਹੈ ਕਿ ਭੱਲੇ ਅਮਰਦਾਸ ਹੈ ਕਿ ਭੱਲੇ ਅਮਰਦਾਸ ਹੈ। ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਇਹਦੇ ਬਾਰੇ ਸਾਨੂੰ ਚਾਨਣਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਬਿਲਕੁਲ ਠੀਕ ਹੈ ਕਿ ਗੁਰੂ ਘਰ ਦੇ ਅੰਦਰ ਜਾਤ ਪਾਤ ਦਾ ਕੋਈ ਵਜੂਦ ਇਸ ਪੱਖ ਤੋਂ ਬਿਲਕੁਲ ਨਹੀਂ ਹੈ ਕਿ ਕੋਈ ਉੱਚੀ ਜਾਤ ਜਾਂ ਕੋਈ ਨੀਵੀਂ ਜਾਤ ਦਾ ਮਨੁੱਖ ਹੈ। ਗੁਰਬਾਣੀ ਦੇ ਅੰਦਰ ਵੀ ਬੜੀ ਸਪਸ਼ਟ ਸਾਨੂੰ ਸੇਧ ਮਿਲਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਦਾ ਭੈਰਵ ਰਾਗ ਦੇ ਅੰਦਰ ਇੱਕ ਫਰਮਾਨ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ 1127 ਤੇ ਕਿ ਜਾਤ ਦਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਾਤ का गर्भ न कर मूर्ख द्वारा, इस गर्भ ते चलै बहुत विकारा। तो ਜਿਹੜੀ ਪ੍ਰਚਲਿਤ ਬ੍ਰਾਹਮਣ ਜਾਤ ਹੈ ਉਸ ਨੂੰ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ ਕਿ ਭਈ ਉਹ ਕੋਈ ਬ੍ਰਾਹਮਣ ਉੱਚੀ ਹਸਤੀ ਜਾਂ ਉੱਚੀ ਪੋਜੀਸ਼ਨ ਰੱਖਣ ਵਾਲਾ ਹੈ। ਜਿਹੜਾ ਬ੍ਰਾਹਮਣ ਨੂੰ ਬਿੰਦੇ ਗੁਰੂ ਸਾਹਿਬ ਕਹਿੰਦੇ ਸਾਡੀ ਨਜ਼ਰਾਂ 'ਚ ਉਹ ਬ੍ਰਾਹਮਣ ਹੈ। ਤਾਂ ਪ੍ਰੈਕਟੀਕਲ ਤੌਰ ਤੇ ਵੀ ਗੁਰੂ ਇਤਿਹਾਸ ਵਿੱਚ ਅਨੇਕਾਂ ਐਸੇ ਪ੍ਰਮਾਣ ਮਿਲਦੇ ਹਨ ਕਿ ਗੁਰੂ ਘਰ ਦੇ ਅੰਦਰ ਉੱਚੀ ਨੀਵੀਂ ਜਾਤ ਦਾ ਫਰਕ ਬਿਲਕੁਲ ਨਹੀਂ ਪ੍ਰਵਾਨ ਕੀਤਾ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਉਹਨਾਂ ਨੇ ਕਹੀ ਜਾਂਦੀ ਬਿਲਕੁਲ ਅਤ ਨੀਵੀਂ ਜਾਤ ਦਾ ਡੂਮ ਮਰਾਸੀ ਭਾਈ ਮਰਦਾਨਾ ਜੀ ਨੂੰ ਆਪਣਾ ਜੀਵਨ ਦੇ ਹਰ ਜਿਹੜੇ ਸਫ਼ਰ ਦੇ ਵਿੱਚ ਔਰ ਪ੍ਰਚਾਰਕ ਦੌਰਿਆਂ ਦੇ ਅੰਦਰ ਪੱਕਾ ਸਾਥੀ ਬਣਾ ਕੇ ਨਾਲ ਰੱਖਿਆ ਔਰ ਪੂਰਾ ਸਨਮਾਨ ਦਿੱਤਾ। ਤੋ
ਇਹ ਗੱਲ ਤਾਂ ਸਿਧਾਂਤਕ ਤੌਰ ਦੇ ਉੱਤੇ ਸਭ ਨੂੰ ਸਪਸ਼ਟ ਹੈ ਕਿ ਗੁਰੂ ਘਰ ਦੇ ਅੰਦਰ ਜਾਤ ਪ੍ਰਥਾ ਦੀ ਕੋਈ ਵੈਲਿਊ ਨਹੀਂ ਹੈ ਤੇ ਜਾਤ ਪਾਤ ਦੇ ਉੱਚ ਨੀਚ ਦੇ ਫਰਕ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਗਿਆ। ਪਰ ਇੱਕ ਗੱਲ ਜਿਹੜੀ ਹੈ ਉਹ ਪ੍ਰੈਕਟੀਕਲ ਤੌਰ ਦੇ ਉੱਤੇ ਸਾਨੂੰ ਨਜ਼ਰ ਆਉਂਦੀ ਹੈ ਕਿ ਜਾਤ ਪਾਤ ਦੇ ਨਾਮ ਵਰਤਨ ਦੀ ਜੋ ਮਨਾਹੀ ਹੈ ਕਿ ਭਈ ਜਾਤ ਕੁਲ ਜਾਤ ਦਾ ਨਾਮ ਕੋਈ ਵਰਤਣਾ ਹੀ ਨਹੀਂ ਹੈ, ਇਹਦੀ ਸਪਸ਼ਟ ਤੌਰ ਤੇ ਜੋ ਮਰਿਆਦਾ ਦੇ ਤੌਰ ਦੇ ਉੱਤੇ ਮਨਾਹੀ ਕੀਤੀ ਗਈ ਹੈ ਉਹ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਆਪ ਵੀ ਉਹਨਾਂ ਪਾਸੋਂ ਦਾਤ ਲਈ, ਤਾਂ ਉਦੋਂ ਤੋਂ ਉਹਨਾਂ ਨੇ ਕਿਹਾ ਕਿ ਤੁਹਾਡੀ ਅੱਜ ਤੋਂ ਪਿਛਲੀ ਕੁੱਲ ਨਾਸ, ਪਿਛਲਾ ਜੋ ਕੁੱਲ ਸੀ, ਜਾਤ ਸੀ, ਸਭ ਨਾਸ, ਅੱਜ ਤੋਂ ਤੁਸੀਂ ਸਾਰੇ ਅਨੰਦਪੁਰ ਦੇ ਵਾਸੀ ਹੋ, ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਤੁਹਾਡੀ ਮਾਤਾ ਸਾਹਿਬ ਕੌਰ, ਸਾਰਿਆਂ ਨੂੰ ਇੱਕ ਪਰਿਵਾਰ ਦਾ ਮੈਂਬਰ ਉਦੋਂ ਤੋਂ ਕੀਤਾ ਤੇ ਪੁਰਾਣੀ ਜਾਤ ਦਾ ਨਾਮ ਵਰਤਨ ਤੋਂ ਵੀ ਮਨਾਹੀ ਕਰ ਦਿੱਤੀ। ਤਾਂ ਉਸ ਘਟਨਾ ਤੋਂ ਉਸ ਇਵੈਂਟ ਤੋਂ ਬਾਅਦ ਜਿਹੜਾ ਹੈ ਮਰਿਆਦਾ ਦੇ ਤੌਰ ਦੇ ਉੱਤੇ ਗੁਰਸਿੱਖਾਂ ਵਾਸਤੇ ਜਾਤ ਪਾਤ ਦੀ ਨਾਮ ਵਰਤਨ ਦੀ ਵੀ ਮਨਾਹੀ ਹੋ ਗਈ ਔਰ ਸਾਰੇ ਸਿੰਘ ਜਾਂ ਕੌਰ ਦੇ ਨਾਮ ਤੇ ਪਿਛੇਤਰ ਵਰਤਣਾ ਜਿਹੜਾ ਸੀ ਉਹਨਾਂ ਵਾਸਤੇ ਕੰਪਲਸਰੀ ਕਰ ਦਿੱਤਾ ਗਿਆ। ਲੇਕਿਨ 1699 ਦੀ ਵਿਸਾਖੀ ਤੋਂ ਪਹਿਲਾਂ ਇਹ ਯੂਨੀਫਾਰਮਿਟੀ ਜਿਹੜੀ ਸੀ ਸਿੱਖਾਂ ਦੇ ਔਰ ਗੁਰੂ ਵਿਅਕਤੀਆਂ ਦੇ ਨਾਮਾਂ 'ਚ ਵੀ ਨਹੀਂ ਸੀਗੀ। ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਨਾਮ ਪਹਿਲਾਂ ਗੋਬਿੰਦ ਰਾਏ ਸੀਗਾ, ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਸੀਗਾ, ਕੋਈ ਉਹਨਾਂ ਨੂੰ ਅਸੀਂ ਤੇਗ ਬਹਾਦਰ ਸਿੰਘ ਤਾਂ ਨਹੀਂ ਨਾ ਆਖਦੇ। ਤਾਂ ਇਸ ਤਰ੍ਹਾਂ ਇਹ ਵੱਖਰੀ ਗੱਲ ਹੈ ਵੀ ਕੋਈ ਕਿਸੇ ਵਿਰਲੇ ਦੇ ਨਾਮ ਤੇ ਪਿਛੇਤਰ ਸਿੰਘ ਜਾਂ ਕੌਰ ਨਾਮ ਕਿਸੇ ਵਿਅਕਤੀ ਦੇ ਨਜ਼ਰ ਇਤਿਹਾਸ ਵਿੱਚ ਆਉਂਦੇ ਵੀ ਹਨ, ਪਰ ਉਹ ਇੰਡੀਵਿਜੂਅਲ ਕੇਸਿਸ ਨੇ। ਕੋਈ ਪੰਥਕ ਮਰਿਆਦਾ ਦੇ ਤੌਰ ਦੇ ਉੱਤੇ ਸਿੰਘ ਜਾਂ ਕੌਰ ਦੀ ਕੰਪਲਸਰੀ ਕੋਈ ਵਰਤੋਂ ਨਹੀਂ ਸੀ। ਤਾਂ ਜਦੋਂ ਪੁਰਾਣੇ ਸਿਸਟਮ ਦੇ ਨਾਲ ਹੀ ਨਾਮ ਵਰਤੇ ਜਾਂਦੇ ਸੀਗੇ ਤੇ ਨਾਵਾਂ ਦੇ ਨਾਲ ਜਿਹੜੀਆਂ ਜਾਤਾਂ ਸਨ ਉਹਨਾਂ ਦੇ ਨਾਮ ਵੀ ਵਰਤੇ ਜਾਂਦੇ ਸਨ, ਭਾਵੇਂ ਕਿਸੇ ਕੋਈ ਉੱਚੀ ਜਾਤ ਦਾ ਹੋਵੇ, ਭਾਵੇਂ ਕੋਈ ਨੀਵੀਂ ਜਾਤ ਦਾ ਹੋਵੇ, ਉਹਦਾ ਕੋਈ ਭਿੰਨ ਭੇਦ ਗੁਰੂ ਘਰ 'ਚ ਨਹੀਂ ਸੀ ਕੀਤਾ ਜਾਂਦਾ, ਪਰ ਨਾਵਾਂ ਦੇ ਨਾਲ ਜਾਤ ਦੇ ਜੋ ਲਫ਼ਜ਼ ਸਨ ਉਹ ਵਰਤੇ ਜ਼ਰੂਰ ਜਾਂਦੇ ਸੀਗੇ। ਭਾਈ ਗੁਰਦਾਸ ਜੀ ਨੇ ਵੀ ਜੋ ਗੁਰਸਿੱਖਾਂ ਦੀ ਲਿਸਟ ਆਪਣੇ ਵਾਰਾਂ ਦੇ ਅੰਦਰ ਦਿੱਤੀ ਹੈ ਉਹਦੇ ਅੰਦਰ ਵੀ ਕੁਝ ਗੁਰਸਿੱਖਾਂ ਦੇ ਨਾਵਾਂ ਦੇ ਨਾਲ ਬਕਾਇਦਾ ਜਾਤ ਮੈਂਸ਼ਨ ਕੀਤੀ ਗਈ ਹੈ। ਤੋ ਇਸ ਕਰਕੇ ਜਿਹੜੇ ਭੱਟ ਸਾਹਿਬ ਆਏ ਜਿਨ੍ਹਾਂ ਦੀ ਬਾਣੀ ਗੁਰੂ ਅਰਜਨ ਪਾਤਸ਼ਾਹ ਨੇ ਪ੍ਰਵਾਨ ਕੀਤੀ, ਉਹ ਆਪਣੇ ਪਿਛੋਕੜ ਦੇ ਮੁਤਾਬਕ ਜਾਤਾਂ ਵਾਤਾਂ ਵਰਤਦੇ ਹੀ ਆਏ ਸਨ। ਤੇ ਉਹਨਾਂ ਨੇ ਆ ਕੇ ਜਦੋਂ ਇੱਥੇ ਗੱਲ ਕੀਤੀ ਤਾਂ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਭੱਲੇ ਹੋਣ ਦਾ ਔਰ ਗੁਰੂ ਰਾਮਦਾਸ ਜੀ ਦੇ ਸੋਢੀ ਨਾਮ ਦਾ ਜੋ ਹੈ ਉਹ ਵਰਤੋਂ ਉਹਨਾਂ ਦੇ ਨਾਮਾਂ ਦੇ ਨਾਲ ਕੀਤੀ ਹੈ। ਪਰ ਨਿਰਾ ਉਹਨਾਂ ਨੇ ਨਹੀਂ ਕੀਤੀ, ਭਾਈ ਬਾਬਾ ਸੁੰਦਰ ਜੀ ਦੀ ਜੋ ਰਾਮਕਲੀ ਸੱਧ ਦੇ ਬਾਣੀ ਹੈ, ਜੋ ਗੁਰੂ ਅਮਰਦਾਸ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਮਗਰੋਂ ਉਹਨਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਲਿਖੀ ਔਰ ਗੁਰੂ ਅਰਜਨ ਪਾਤਸ਼ਾਹ ਨੇ ਪ੍ਰਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਵੀ ਕੀਤੀ। ਉਹਦੇ ਅੰਦਰ ਵੀ ਲਫ਼ਜ਼ ਜਿਹੜਾ ਹੈ ਗੁਰੂ ਰਾਮਦਾਸ ਜੀ ਵਾਸਤੇ ਸੋਢੀ ਲਫ਼ਜ਼ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ। ਤਾਂ ਉਸ ਕਰਕੇ ਲਫ਼ਜ਼ ਜਿਹੜਾ ਹੈ ਭੱਲੇ ਅਮਰਦਾਸ ਗੁਣ ਤੇਰੇ, ਇਹ ਭੱਲੇ ਉਹਨਾਂ ਦੀ ਜਾਤ ਦਾ ਹੀ ਸੂਚਕ ਹੈ, ਭਲੇ ਨਹੀਂ ਹੈ। ਜੇ ਭੱਲੇ ਉਹਨੂੰ ਮਤਲਬ ਹੈ ਕਿ ਅਸੀਂ ਮਨਮਰਜ਼ੀ ਦੇ ਨਾਲ ਉਹਨੂੰ ਭਲੇ ਕਰ ਵੀ ਲਈਏ ਔਰ ਚੰਗੇ ਅਮਰਦਾਸ ਦੀ ਗੱਲ ਕਰ ਵੀ ਲਈਏ, ਤਾਂ ਸੋਢੀ ਰਾਮਦਾਸ ਜੀ ਜਦੋਂ ਗੱਲ ਆਏਗੀ ਤੇ ਫਿਰ ਉਹਨੂੰ ਬਦਲਣਾ ਤੇ ਸ਼ਾਇਦ ਇਸ ਤਰੀਕੇ ਨਾਲ ਮੁਮਕਿਨ ਨਹੀਂ ਹੋਏਗਾ। ਤੋ ਇਸ ਗੱਲ ਤੋਂ ਸਾਨੂੰ ਕੋਈ ਭਰਮ ਕਰਨ ਦੀ ਲੋੜ ਨਹੀਂ ਹੈ ਕਿ ਭਈ ਗੁਰੂ ਅਮਰਦਾਸ ਜੀ ਨੂੰ ਭੱਲੇ ਕਿਉਂ ਆਖਿਆ ਗਿਆ, ਉਹ ਭੱਲੇ ਖਾਨਦਾਨ 'ਚ ਪੈਦਾ ਹੋਏ ਸਨ। ਅਸੀਂ ਸਾਰੇ ਜਾਣਦੇ ਹਾਂ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਵੀ ਬੇਦੀ ਖਾਨਦਾਨ ਵਿੱਚ ਹੋਇਆ ਸੀ। ਤੋ ਅਗਰ ਜੇ ਕੋਈ ਗੁਰੂ ਨਾਨਕ ਬੇਦੀ ਕਰਕੇ ਪੁਰਾਣੀ ਕਿਸੇ ਪੁਸਤਕ ਦਾ ਹਵਾਲਾ ਮਿਲ ਜਾਵੇ ਤਾਂ ਉਹਨੇ ਕੋਈ ਗੁਨਾਹ ਨਹੀਂ ਕਰ ਦਿੱਤਾ, ਉਹਨੇ ਜੋ ਇਤਿਹਾਸਕ ਗੱਲ ਸੀ ਉਹਦਾ ਹੀ ਵਰਣਨ ਕੀਤਾ ਹੋਏਗਾ। ਤੋ ਭਾਵੇਂ ਜਿਵੇਂ ਬਚਿੱਤਰ ਨਾਟਕ ਦੇ ਅੰਦਰ ਵੀ ਇੱਕ ਵਰਣਨ ਆਉਂਦਾ ਹੈ ਕਿ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, तो ये इस इतिहासिक सच्चाई तो मोड़ ही ना मोड़िया जा सकता। तो अमरदास जी पैदा भला कुल च ही हुए सन, रामदास जी सोढ़ी कुल च पैदा हुए सन, ये इतिहासिक सच्चाई है। जात का गर्भ ना उन्होंने आप किया, ना किसी गुरसिख नूं करन दिता और ना ही इस गल की प्रेरणा की। तो मर्यादा के तौर पर जो जात पात के नावां की वरतों की मनाही है वो 1699 तो ही आरंभ हुई, उस तो पहला ये नावां की वरतों होंदी रही। इस करके ये भल्ले अमरदास और सोढ़ी रामदास का जिक्र गुरबाणी च मिलता है। तो इतनी मेरे पास जानकारी है। जे इस तो इलावा किसी का कोई डिफरेंट व्यू होवे, कोई और जानकारी होवे तो मैं आप जी का धन्यवादी होवांगा। प्रिंसीपल जी कुछ सुरिंदर सिंह जी कुछ वादा करना चाहते हैं तो उन्होंने बेनती है जी कि अपनी गल कर लें। मेरी आवाज आ रही? हाँ जी, हेलो, हाँ हाँ जी, जी हुण आ रही है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਉੱਤਰ ਬਿਲਕੁਲ ਸਹੀ ਦਿੱਤਾ ਹੈ, ਪਰ ਇਹਦੇ 'ਚ ਮੈਂ ਥੋੜਾ ਹੋਰ ਵਾਧਾ ਕਰ ਦੇਵਾਂ। ਜਦੋਂ ਜਾਤ ਪਾਤ ਦੇ ਵਿਸ਼ੇ ਤੇ ਮੈਂ ਬੋਲਿਆ ਸੀ ਉਦੋਂ ਮੈਂ ਹਵਾਲਾ ਵੀ ਦਿੱਤਾ ਸੀ ਵੀ ਗੁਰਬਾਣੀ ਦੇ ਵਿੱਚ ਫਿਰ ਜਾਤ ਪਾਤ ਕਿਉਂ ਲਿਖੀ ਗਈ।
ਕਿਉਂਕਿ ਹਿੰਦੂ ਧਰਮ ਦੇ ਵਿੱਚ ਮਨੂ ਸਿਮਰਤੀ ਵਰਗੇ ਗ੍ਰੰਥਾਂ 'ਚ ਇਹ ਕਾਨੂੰਨ ਇਹ ਬਣਾ ਦਿੱਤਾ ਗਿਆ ਸੀ ਕਿ ਸ਼ੂਦਰ ਕੋਈ ਨਾਮ ਨਹੀਂ ਜਪ ਸਕਦਾ। ਨਾਮ ਜਪਣ ਦਾ ਅਧਿਕਾਰ, ਪਰਮਾਤਮਾ ਦੀ ਭਗਤੀ ਦਾ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਪਾਸ ਹੈ। ਤੇ ਜਦੋਂ ਸ਼ੂਦਰਾਂ ਦੇ ਘਰਾਂ ਵਿੱਚ ਭਗਤ ਪੈਦਾ ਹੋ ਗਏ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਬਾਬਾ ਧੰਨਾ ਜੀ, ਬਾਬਾ ਕਬੀਰ ਜੀ, ਬਾਬਾ ਸਦਨਾ ਜੀ, ਸੈਣ ਨਾਈ ਜੀ, ਚਮਾਰ ਸ਼ਬਦ ਆਮ ਵਰਤਿਆ, ਜੁਲਾਹਾ ਕਬੀਰ ਜੁਲਾਹਾ, ਇਹ 6 ਬ੍ਰਾਹਮਣ 6 ਦਲਿਤ ਭਾਈਚਾਰੇ ਨਾਲ ਸੰਬੰਧਿਤ, ਦਲਿਤ ਅਸੀਂ ਨਾ ਕਹੀਏ ਸਿਰਫ ਜਾਣਕਾਰੀ ਹਿੱਤ, ਜਦੋਂ ਉਹਨਾਂ ਦੀ ਬਾਣੀ, ਜਦੋਂ ਉਹ ਭਗਤ ਪੈਦਾ ਹੋ ਗਏ ਤੇ ਬ੍ਰਾਹਮਣ ਨੂੰ ਆਪਣਾ ਕਾਨੂੰਨ ਜਿਹੜਾ ਸੀ ਉਹਨੂੰ ਸਾਬਤ ਕਰਨ ਵਾਸਤੇ ਇਹ ਕਹਿਣਾ ਪੈ ਗਿਆ, ਕਹਾਣੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਬਈ ਇਹ ਸਾਰੇ ਮਹਾਂਪੁਰਸ਼ਾਂ ਨਾਲ ਹੀ ਕਿਸੇ ਨੂੰ ਮੂਰਤੀ ਪੂਜਕ ਬਣਾਤਾ। ਕਿਸੇ ਵਾਰ ਇਹ ਕਹਾਣੀ ਘੜ ਦਿੱਤੀ ਬਈ ਬਾਬਾ ਰਵਿਦਾਸ ਜੀ ਪਹਿਲੇ ਜਨਮ ਵਿੱਚ ਇੱਕ ਬੈਰਾਗੀ ਰਾਮਾਨੰਦ ਦਾ ਚੇਲਾ ਸੀ ਬ੍ਰਾਹਮਣ, ਪਰ ਉਹ ਚਮਾਰ ਦੇ ਘਰੋਂ ਉਹਨੇ ਭੋਜਨ ਖਿਲਾ ਦਿੱਤਾ ਲਿਆ ਕੇ, ਤੇ ਉਹ ਸ਼ਰਾਪ ਮਿਲਣ ਕਰਕੇ ਚਮਾਰਾਂ ਦੇ ਘਰ ਪੈਦਾ ਹੋਇਆ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਹਾਣੀ ਸਾਰੀ ਦਿੱਤੀ ਹੈ। ਇੱਦਾਂ ਦੀਆਂ ਕਹਾਣੀਆਂ ਘੜਨ ਦੀ ਤਾਂ ਲੋੜ ਪਈ ਕਿਉਂਕਿ ਉਹਨਾਂ ਦੇ ਗ੍ਰੰਥਾਂ ਵਿੱਚ ਲਿਖਿਆ ਸੀ ਕਿ ਬ੍ਰਾਹਮਣ ਹੀ ਪ੍ਰਮਾਤਮਾ ਦਾ ਭਗਤ ਪੈਦਾ ਹੋ ਸਕਦਾ ਹੈ, ਤੇ ਬ੍ਰਾਹਮਣ ਤੋਂ ਬਿਨਾਂ ਭਗਤੀ ਕਰਨ ਦਾ ਹੱਕ ਨਹੀਂ, ਤੇ ਨਾ ਕੋਈ ਭਗਤ ਬਣ ਸਕਦਾ। ਇਹ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕੀਤੀ ਜਦੋਂ ਉਹਨਾਂ ਨੇ ਸਾਰੇ ਭਗਤਾਂ ਦੀ ਬਾਣੀ ਦਰਜ ਕਰਕੇ ਉਹਨਾਂ ਦੇ ਨਾਵਾਂ ਨਾਲ ਲੱਗੀ ਹੋਈ ਜਾਤ ਨੂੰ ਹਟਾਇਆ ਨਹੀਂ। ਆਪ ਵੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤਨ ਮੁਖੀ ਗਾਏ, ਪੰਜਵੇਂ ਪਾਤਸ਼ਾਹ ਦਾ ਗੋਬਿੰਦ 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 ਸਿੰਘ, ਇਹ ਸਾਰਿਆਂ ਦੀ ਜਾਤ ਲਿਖੀ, ਬਾਰ-ਬਾਰ ਜਾਤ ਲਿਖੀ। ਉਹਦਾ ਕਾਰਨ ਇਹੀ ਸੀ, ਗੁਰੂ ਮਹਾਰਾਜ ਇਹ ਦੱਸਣਾ ਚਾਹੁੰਦੇ ਸੀ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਜਾਤ ਪਾਤ ਨਹੀਂ, ਇੱਥੇ ਸਾਰੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾਂ ਕੋ ਸਾਂਝਾ, ਤੇ ਹਰ ਘਰ ਦੇ ਵਿੱਚ ਹਰ ਮਨੁੱਖ ਜਿਹੜਾ ਹੈ ਉਹ ਪ੍ਰਮਾਤਮਾ ਦਾ ਭਗਤ ਬਣ ਸਕਦਾ ਹੈ। ਤੇ ਜੇ ਗੁਰੂ ਪਾਤਸ਼ਾਹ ਇਹ ਬਖਸ਼ਿਸ਼ ਨਾ ਕਰਦੇ ਤਾਂ ਜਿਵੇਂ ਬਾਬਾ ਰਵਿਦਾਸ ਜੀ ਨੂੰ ਬ੍ਰਾਹਮਣ ਬਣਾ ਦਿੱਤਾ ਸੀ, ਬਾਬਾ ਕਬੀਰ ਜੀ ਨੂੰ ਬ੍ਰਾਹਮਣੀ ਦੇ ਪੇਟੋਂ ਪੈਦਾ ਹੋਇਆ, ਇਸ ਤਰ੍ਹਾਂ ਬਾਬਾ ਨਾਮਦੇਵ ਜੀ ਨੂੰ ਬ੍ਰਾਹਮਣ ਸਾਬਤ ਕੀਤਾ, ਤਾਂ ਸਾਰੇ ਮਹਾਂਪੁਰਸ਼ਾਂ ਨੂੰ ਜਾਂ ਤਾਂ ਉਹਨਾਂ ਨੇ ਬ੍ਰਾਹਮਣ ਬਣਾ ਦੇਣਾ ਸੀ ਤੇ ਜਾਂ ਸਾਰੇ ਸ਼ੂਦਰ ਬਣਾ ਕੇ ਰੱਖ ਦੇਣੇ ਸੀ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਪਾਤਸ਼ਾਹ ਨੇ, ਵੀ ਇਹ ਜਾਤ ਪਾਤ ਦੇ ਲਫ਼ਜ਼ ਇਸੇ ਵਾਸਤੇ ਕਿ ਇੱਥੇ ਭੱਲੇ ਅਮਰਦਾਸ ਸੋਢੀ ਵੀ ਇੱਥੇ ਬੈਠੇ ਹੋਏ ਨੇ, ਚਮਾਰ ਵੀ ਇੱਥੇ ਬੈਠੇ ਹੋਏ ਨੇ, ਨਾਮਦੇਵ ਵਰਗੇ ਛੋਟੀਆਂ ਜਾਤਾਂ ਦੇ, ਉਹਨਾਂ ਸਾਰਿਆਂ ਨੂੰ ਪ੍ਰਮਾਤਮਾ ਦੇ ਨਾਮ ਜਪਣ ਦਾ ਹੱਕ ਹੈ ਔਰ ਕੌਮ ਦੀ ਅਗਵਾਈ, ਮਨੁੱਖਤਾ ਦੀ ਅਗਵਾਈ ਕਰਨ ਦੇ ਯੋਗ ਹਨ। ਇਸ ਗੱਲ ਨੂੰ ਸਾਬਤ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਆਪ ਹੀ ਬਖਸ਼ਿਸ਼ ਕੀਤੀ, ਜੋ ਸਾਡੀ ਖੁਸ਼ਕਿਸਮਤੀ ਹੈ। ਸਾਨੂੰ ਪਤਾ ਲੱਗਦਾ ਇਤਿਹਾਸ ਦਾ ਵੀ ਕਿ ਸਾਰੇ ਜਿਹੜੇ ਮਹਾਂਪੁਰਸ਼ ਹੈ ਉਹ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਭਗਤ ਬਣ ਸਕਦੇ ਨਾ ਕੇਵਲ ਬ੍ਰਾਹਮਣ ਹੀ। ਇਸ ਸਿਧਾਂਤ ਨੂੰ ਗਲਤ ਕਰਨ ਵਾਸਤੇ ਇਹ ਨਾਮ ਦਿੱਤੇ ਗਏ ਮੇਰੇ ਖਿਆਲ ਦੇ ਮੁਤਾਬਕ। ਜੇ ਮੈਂ ਗਲਤ ਨਾ ਹੋਵਾਂ, ਜੇ ਕੋਈ ਸੁਧਾਰ ਕਰਨਾ ਚਾਹੁੰਦਾ ਮੇਰੇ ਖਿਆਲਾਂ ਤੋਂ, ਤਾਂ ਮੈਂ ਧੰਨਵਾਦੀ ਹੋਵਾਂ। ਬਹੁਤ ਧੰਨਵਾਦ ਜੀ ਵੀਰ ਐਮਪੀ ਸਿੰਘ ਜੀ ਔਰ ਪ੍ਰਿੰਸੀਪਲ ਸਾਹਿਬ ਨੇ ਬੜਾ ਸਹੀ ਤਰੀਕੇ ਨਾਲ ਇਹ ਜਿਹੜਾ ਥੋੜਾ ਖਦਸ਼ਾ ਸੀਗਾ ਉਹਨੂੰ ਦੂਰ ਕੀਤਾ ਹੈ ਕਿ ਕਿਸ ਤਰ੍ਹਾਂ। ਦੂਸਰਾ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ, ਵੀ ਸਿੱਖ ਕੌਮ ਦੀ ਜਿਹੜੀ ਇਹ ਕੌਮੀਅਤ ਇਮਾਰਤ ਹੈ, ਇਹਨੂੰ ਬਣਦਿਆਂ 230 ਸਾਲ ਲੱਗੇ ਨੇ, ਤੇ ਜਿਸ ਵੇਲੇ ਕੋਈ ਵੀ ਇਮਾਰਤ ਬਣਾਈ ਜਾਂਦੀ ਹੈ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੇ 'ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਹੁੰਦੀਆਂ ਨੇ ਔਰ ਫਿਰ ਜਾ ਕੇ ਇੱਕ ਵਾਰੀ ਫਾਈਨਲ ਹੁੰਦਾ। ਸੋ ਇਸੇ ਤਰ੍ਹਾਂ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਸਾਰੀ ਜਿਹਦੀ ਨੀਂਹ ਰੱਖੀ ਹੈ, ਔਰ ਕਲਗੀਧਰ ਪਾਤਸ਼ਾਹ ਦੇ ਸਮੇਂ ਤੇ ਜਾ ਕੇ 230 ਸਾਲ ਦੇ ਬਾਅਦ ਜਿਸ ਵੇਲੇ 1699 ਦੀ ਵਿਸਾਖੀ ਖੰਡੇ ਕੀ ਪਹੁਲ ਦਿੱਤੀ ਗਈ, ਉਸ ਵੇਲੇ ਇਸ ਕੌਮ ਦੀ ਉਸਾਰੀ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਵੀ ਫਾਈਨਲ ਹੋਈ ਹੈ। ਤੇ ਉਸ ਵੇਲੇ ਕੀ ਹੁੰਦਾ, ਜਿਸ ਵੇਲੇ ਇਮਾਰਤ ਫਾਈਨਲ ਹੁੰਦੀ ਹੈ ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਪਹਿਲੇ ਇਮਾਰਤ ਨੂੰ ਘੜਨ ਲਈ ਵਿੱਚ ਲੋੜ ਪੈ ਸਕਦੀਆਂ ਨੇ, ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਹੈ ਔਰ ਬਿਲਕੁਲ ਤਿਆਰ ਕਰ ਦਿੱਤੀ ਜਾਂਦੀ। ਔਰ ਬਿਲਕੁਲ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਫਰਮਾਇਆ ਕਿ 1699 ਦੀ ਵਿਸਾਖੀ ਤੇ, ਔਰ ਵੀਰ ਐਮਪੀ ਸਿੰਘ ਨੇ ਦੱਸਿਆ ਕਿ ਉਸ ਵੇਲੇ ਫਾਰਮਲ ਤੌਰ ਤੇ ਕਹਿ ਦਿੱਤਾ ਗਿਆ ਕਿ ਕੋਈ ਵੀ ਆਪਣੇ ਨਾਮ ਨਾਲ ਜ਼ਾਤ ਨਹੀਂ ਲਾ ਸਕਦਾ, ਔਰ ਸਿੰਘ ਤੇ ਕੌਰ ਜਿਹੜੇ ਨੇ ਇਹ ਲਾਣੇ ਵੀ ਜ਼ਰੂਰੀ ਕਰ ਦਿੱਤੇ ਤਾਂ ਜੇ ਸਾਡੀ ਆਈਡੈਂਟੀਟੀ ਇੱਕੋ ਹੀ ਹੋਵੇ, ਸਿੰਘ ਔਰ ਕੌਰ ਦੀ ਆਈਡੈਂਟੀਟੀ। ਔਰ ਪਹਿਲੇ ਤਾਂ ਐਸਾ ਸੀ, ਸਾਡੇ ਨਾਲ ਵੀ ਵਾਪਰਿਆ ਬਈ ਇਮੀਗ੍ਰੇਸ਼ਨ ਲਈ ਉਹਨੇ ਕਿਹਾ ਨਹੀਂ ਜੀ ਆਪਣੀ ਸਰ ਨੇ ਜਿਹੜਾ ਫੈਮਿਲੀ ਨੇਮ ਹੈ ਉਹ ਜ਼ਰੂਰ ਲਿਖੋ, ਤਾਂ ਪਾਸਪੋਰਟ 'ਚ ਲਿਖਾਉਣਾ ਪਿਆ। ਪਰ ਹੁਣ ਜਿਹੜਾ ਹੈ ਇੱਥੇ ਕੈਨੇਡਾ ਗਵਰਨਮੈਂਟ ਜਿਹੜੀ ਹੈ ਐਕਸੈਪਟ ਕਰਦੀ ਹੈ ਵੀ ਜਿਹੜਾ ਸਿੰਘ ਹੈ ਇਹ ਵੀ ਇਟਸੈਲਫ ਜਿਹੜਾ ਹੈ ਇਹ ਤੁਹਾਡਾ ਫੈਮਿਲੀ ਨੇਮ ਹੈ, ਤਾਂ ਹੁਣ ਸਿੰਘ ਤੇ ਕੌਰ ਨੂੰ ਐਕਸੈਪਟ ਕਰਦੇ ਨੇ। ਤਾਂ ਸਤਿਗੁਰੂ ਕਿਰਪਾ ਕਰਨ। ਗੱਲ ਤੇ ਇਹ ਹੈ ਕਿ ਇਹਦੀ ਸਾਨੂੰ ਐਨਲਾਈਟਨਮੈਂਟ ਹੋਣੀ ਚਾਹੀਦੀ, ਸਾਨੂੰ ਗਿਆਨ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਕਿਉਂ ਚੱਲਦੀਆਂ ਨੇ। ਔਰ ਸਾਨੂੰ ਗੱਲ ਇਹ ਆ ਵੀ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਉਸ ਵੇਲੇ ਕਿਸ ਕਾਰਨ ਕਰਕੇ ਇਹ ਸਾਰੀਆਂ ਗੱਲਾਂ ਹੋਈਆਂ ਨੇ, ਪਰ ਜੇਕਰ ਤਾਂ ਅੱਜ ਅਸੀਂ ਇਸ ਕਰਕੇ ਲਿਖਿਆ ਜਾਏ ਕਿਉਂਕਿ ਜਿਵੇਂ ਗੁਰੂ ਅਮਰਦਾਸ ਜੀ ਦਾ ਸ਼ਬਦ
ਵੀਰ ਐਮਪੀ ਸਿੰਘ ਨੇ ਪੜ੍ਹਿਆ ਕਿ ਜਾਤ ਕਾ ਗਰਭ ਨਾ ਕਰਿਓ ਕੋਈ। ਜਿਸ ਵੇਲੇ ਹੰਕਾਰ ਕਰਕੇ ਜਾਤ ਲਗਾਈ ਜਾਂਦੀ ਹੈ ਉਹ ਫਿਰ ਖਤਰਨਾਕ ਸਾਬਤ ਹੁੰਦੀ ਹੈ। ਅੱਜ ਸਾਡੀ ਕੌਮ ਦੇ ਵਿੱਚ ਜਾਤ ਦੇ ਨਾਂ ਤੇ ਵੰਡੀਆਂ ਪੈ ਗਈਆਂ ਨੇ ਔਰ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣ ਗਏ ਨੇ। ਇਹ ਸਾਡੀ ਤਰਾਸਦੀ ਹੈ। ਸਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਜਿਸ ਮਾਲਕ ਨੇ ਸਾਨੂੰ ਆਖਿਆ ਸੀ ਕਿ ਸਾਰੀ ਮਨੁੱਖਤਾ ਇੱਕ ਹੈ, ਦੀ ਹੋਲ ਹਿਊਮਨ ਰੇਸ ਇਜ਼ ਵਨ, ਫਿਰ ਅਸੀਂ ਕਿਉਂ ਵੱਖ-ਵੱਖ ਘੱਟੋ ਘੱਟ ਅਸੀਂ ਇਹ ਕਿਉਂ ਨਹੀਂ ਕਰ ਸਕਦੇ ਕਿ ਅਸੀਂ ਸਾਰੇ ਜਿਹੜੇ ਆਪਣੇ ਆਪ ਨੂੰ ਸਿੰਘ ਤੇ ਸੈਟੀਸਫਾਈ ਹੋਈਏ ਕਿ ਅਸੀਂ ਇੱਕ ਗੁਰੂ ਦੇ ਪੁੱਤਰ ਹਾਂ। ਪਰ ਜੇਕਰ ਸਾਨੂੰ ਧਰਮ ਸਥਾਨ ਵੀ ਵੱਖ-ਵੱਖ ਜਾਤਾਂ ਦੇ ਨਾਂ ਤੇ ਬਣਾਉਣੇ ਪੈ ਜਾਣ ਤੇ ਇਸ ਤੋਂ ਮਾੜੀ ਤੇ ਗੱਲ ਕੋਈ ਨਹੀਂ। ਤਾਂ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਇਹ ਜੋ ਗੁਰਬਾਣੀ ਹੈ ਉਹ ਤੋਂ ਸੇਧ ਮਿਲਦੀ ਹੈ ਔਰ ਜਿਹੜੀ ਮਰਿਆਦਾ ਹੈ ਉਹ ਸਾਨੂੰ ਦੱਸਦੀ ਹੈ ਕਿ ਸਾਡਾ ਰਹਿਣ ਸਹਿਣ ਕਿਹੋ ਜਿਹਾ ਹੋਣਾ ਚਾਹੀਦਾ। ਸਤਿਗੁਰੂ ਕਿਰਪਾ ਕਰਨ ਆਪਾਂ ਇਹ 'ਤੇ ਚੱਲ ਸਕੀਏ। ਤੋ ਸਾਧ ਸੰਗਤ ਜੀ, ਵੀਰ ਨਰਿੰਦਰ ਸਿੰਘ ਜੀ ਅੰਬਾਲਾ ਵਾਲਿਆਂ ਨੇ ਇੱਕ ਸਵਾਲ ਭੇਜਿਆ ਸੀ। ਉਹਦੇ ਵਿੱਚ ਉਹਨਾਂ ਨੇ ਰਾਗ ਕਲਿਆਣ ਦੀਆਂ 5 ਸਫ਼ੇ ਵੀ ਦਿੱਤੇ ਨੇ। ਕਿਤੇ ਤਾਂ ਕਲਿਆਣ ਦੇ ਅੱਖਰ ਥਲੇ ਅੰਕੜ ਲੱਗੀ ਹੈ ਤੇ ਕਿਤੇ ਨਹੀਂ ਲੱਗੀ। ਉਹਨਾਂ ਪੁੱਛਿਆ ਵੀ ਇਹ ਡਿਸਪੈਰਿਟੀ ਕਿਉਂ ਆ, ਵੀ ਕਿਤੇ ਲੱਗੀ ਕਿਤੇ ਨਹੀਂ। ਔਰ ਕੁਝ ਇੱਕ ਉਹਨਾਂ ਨੇ ਹੋਰ ਵੀ ਦੱਸਿਆ ਵੀ ਸੰਬੰਧਕੀ ਕਰਕੇ, ਜਿੱਥੇ ਜਿਵੇਂ ਗੌਰੀ ਕੀ ਵਾਰ ਆਉਂਦਾ ਉਹ ਕੀ ਲੱਗਣ ਕਰਕੇ, ਉਸ ਸੰਬੰਧਕੀ ਪਦ ਲੱਗਣ ਕਰਕੇ ਸ਼ਾਇਦ ਅੰਕੜ ਨਹੀਂ ਲੱਗੀ। ਤੋ ਇਹਦੇ ਬਾਰੇ ਸਾਧ ਸੰਗਤ ਜੀ ਮੈਂ ਬੇਨਤੀ ਕਰਦੇ ਹਾਂ, ਔਰ ਵੀ ਨਰਿੰਦਰ ਸਿੰਘ ਜੀ ਨੂੰ ਵੀ ਅਸੀਂ ਪੈਨਲ 'ਚ ਡਿਸਕਸ ਕੀਤਾ ਸੀ, ਪਰ ਇਹਦੇ ਬਾਰੇ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਦਾ ਵੀ ਅੰਕੜ ਕਿਉਂ ਲੱਗੀ ਹੈ, ਕੁਝ ਇੱਕ ਤੇ ਕੁਝ ਤੇ ਨਹੀਂ ਲੱਗੀ। ਇਹਦੇ ਬਾਰੇ ਫਿਰ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਹੋਰ ਵਿਦਵਾਨਾਂ ਨਾਲ ਕੰਸਲਟ ਕਰਕੇ ਜੇਕਰ ਸਾਨੂੰ ਕੋਈ ਸੇਧ ਲੱਭੀ ਤਾਂ ਸੰਗਤ ਨਾਲ ਜ਼ਰੂਰ ਸਾਂਝੀ ਕਰਾਂਗੇ। ਫਿਲਹਾਲ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ। ਉਹਨਾਂ ਦਾ ਦੂਸਰਾ ਸਵਾਲ ਸੀ ਵੀ ਜਿਹੜਾ ਸਾਰੰਗ ਰਾਗ ਹੈ, ਸੱਸੇ ਨੂੰ ਕੰਨਾ ਰਰਾ ਗੱਗਾ, ਇਹਨੂੰ ਟਿੱਪੀ ਨਾਲ ਪੜ੍ਹਨਾ ਹੈ ਕਿ ਟਿੱਪੀ ਤੋਂ ਬਗੈਰ ਪੜ੍ਹਨਾ ਹੈ। ਤੋ ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿ ਇਹ ਲਫ਼ਜ਼ ਜਿਹੜਾ ਇਹ ਰਾਗ ਹੈ ਇਹਦਾ ਨਾਮ ਸਾਰੰਗ ਰਾਗ ਹੀ ਹੈ। ਜੇ ਟਿੱਪੀ ਨਹੀਂ ਵੀ ਲੱਗੀ ਤਾਂ ਇਹ ਸਾਰੰਗ ਰਾਗ ਹੀ ਹੈ ਤੇ ਆਪਾਂ ਸਾਰੰਗ ਕਰਕੇ ਹੀ ਪੜ੍ਹਨਾ। ਤੋ ਮੈਂ ਜੀ ਨਰਿੰਦਰ ਸਿੰਘ ਜੀ ਫਿਰ ਆਪਸ ਵਿੱਚ ਖਿਮਾ ਮੰਗਦਾ ਕਿ ਆਪ ਦੇ ਪਹਿਲੇ ਸਵਾਲ ਦਾ ਅਸੀਂ ਅਜੇ ਤੱਕ ਉੱਤਰ ਨਹੀਂ ਲੱਭ ਸਕੇ। ਜਦ ਵੀ ਮਿਲ ਗਿਆ ਅਸੀਂ ਜ਼ਰੂਰ ਆਪ ਨਾਲ ਸਾਂਝਾ ਕਰਾਂਗੇ। ਤੋ ਸਾਧ ਸੰਗਤ ਜੀ, ਹੁਣ ਸਮਾਂ ਹੋ ਗਿਆ। ਇੱਕ ਬੜਾ ਹੋਰ ਅਹਿਮ ਸਵਾਲ ਸੀ ਜਿਹੜਾ ਭੈਣ ਜੀ ਸੁਖਦੇਵ ਕੌਰ ਜੀ ਨੇ ਭੇਜਿਆ ਸੀ ਵੀ ਈਸਵੀ ਸਨ ਜਿਹੜੀ ਨਵਾਂ ਸਾਲ ਅਸੀਂ ਬੜਾ ਉਤਸ਼ਾਹ ਨਾਲ ਮਨਾਉਂਦੇ ਹਾਂ ਤੇ ਜਿਹੜਾ ਨਾਨਕਸ਼ਾਹੀ ਉਹ ਕਿਉਂ ਨਹੀਂ ਮਨਾਉਂਦੇ। ਪਰ ਹੁਣ ਕਿਉਂਕਿ ਮੈਂ ਖਿਮਾ ਮੰਗਦਾ ਭੈਣ ਜੀ ਆਪ ਪਾਸੋਂ ਵੀ, ਉਹ ਵੀਰ ਮਨਮੋਹਨ ਸਿੰਘ ਜੀ ਨੇ ਤਿਆਰ ਕਰਕੇ ਸਾਨੂੰ ਉਹਦੀ ਵਾਇਸ ਰਿਕਾਰਡਿੰਗ ਵੀ ਭੇਜੀ ਹੈ, ਪਰ ਹੁਣ ਕਿਉਂਕਿ ਸਮਾਂ ਹੋ ਗਿਆ, ਉਹ 10 ਮਿੰਟ ਦੀ ਰਿਕਾਰਡਿੰਗ ਹੈ ਤੇ ਜੇ ਹੁਣ ਆਪਾਂ ਲਾਵਾਂਗੇ ਤਾਂ ਸਮਾਂ ਜ਼ਿਆਦਾ ਹੋ ਜਾਏਗਾ। ਅਗਲੇ ਹਫਤੇ ਜ਼ਰੂਰ ਲਾਵਾਂਗੇ। ਮੈਂ ਭੈਣ ਜੀ ਤੋਂ ਵੀ ਖਿਮਾ ਮੰਗਦਾ ਔਰ ਵੀਰ ਮਨਮੋਹਨ ਸਿੰਘ ਜੀ ਵੀ ਕਿਰਪਾ ਕਰਕੇ ਇਸ ਕਰਕੇ ਨਹੀਂ ਲਗਾ ਸਕੇ ਕਿਉਂਕਿ ਹੁਣ ਸਾਡੇ ਕੋਲ ਸਮਾਂ ਨਹੀਂ। ਤੋ ਸਾਧ ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਆਪਣੇ ਸਵਾਲ ਜਿਹੜੇ ਨੇ ਭੇਜਦੇ ਰਿਹਾ ਕਰੋ। ਮੈਂ ਹਰ ਵਾਰੀ ਇਹ ਕਹਿਣਾ ਕਿ ਤੁਹਾਡੇ ਸਵਾਲ ਭੇਜਣ ਪਿੱਛੇ ਸਾਡੇ ਵੀ ਇੱਕ ਭਲਾ ਹੈ ਕਿ ਸਾਨੂੰ ਲੱਭਣ ਲਈ ਜ਼ੋਰ ਲਾਉਣਾ ਪੈਂਦਾ। ਜਿੰਨਾ ਚਿਰ ਕੋਈ ਗੋਲ ਨਾ ਸਾਹਮਣੇ ਹੋਵੇ ਬੰਦੇ ਦੀ ਦੌੜ ਨਹੀਂ ਲੱਗਦੀ। ਤਾਂ ਤੁਸੀਂ ਸਵਾਲ ਭੇਜਦੇ ਹੋ, ਉਹ ਗੋਲ ਸਾਡੇ ਲਈ ਹੁੰਦਾ ਹੈ, ਸਾਡੀ ਫਿਰ ਦੌੜ ਲੱਗਦੀ ਹੈ। ਫਿਰ ਸਾਡੇ ਪੈਨਲ ਮੈਂਬਰ ਜਿਹੜੇ ਨੇ ਉਹ ਵੱਖ-ਵੱਖ ਕਿਤਾਬਾਂ ਔਰ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਕੰਸਲਟ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਸ ਉਹਦਾ ਉੱਤਰ ਦੇਈਏ, ਪਰ ਉਹਦੇ ਨਾਲ ਸਾਡੇ ਆਪਣੇ ਗਿਆਨ 'ਚ ਵਾਧਾ ਹੁੰਦਾ ਹੈ ਕਿ ਉਹਦਾ ਸਾਨੂੰ ਸਿੱਧਾ ਲਾਭ ਹੈ। ਆਪ ਜੀ ਨੂੰ ਤਾਂ ਹੈ ਹੀ ਹੈ, ਸਾਨੂੰ ਵੀ ਸਿੱਧਾ ਲਾਭ ਹੈ। ਤੇ ਇਸ ਲਈ ਮੈਂ ਬੇਨਤੀ ਕਰਾਂਗਾ ਕਿ ਜਦ ਵੀ ਤੁਹਾਡੇ ਜ਼ਿਹਨ 'ਚ ਕੋਈ ਵੀ ਸਵਾਲ ਆਉਂਦਾ ਗੁਰ ਇਤਿਹਾਸ ਬਾਰੇ, ਮਰਿਆਦਾ ਬਾਰੇ, ਗੁਰਬਾਣੀ ਬਾਰੇ, ਉਚਾਰਨ ਬਾਰੇ, ਤਾਂ ਕਿਰਪਾ ਕਰਕੇ ਜ਼ਰੂਰ ਲਿਖੋ ਤਾਂ ਜੇ, ਕਿਉਂਕਿ ਗੁਰਬਾਣੀ ਜਿਹੜੀ ਅਗਾਧ ਬੋਧ ਹੈ ਔਰ ਸਿੱਖ ਇਤਿਹਾਸ ਸਾਡਾ ਕਿਉਂਕਿ ਕਈ ਕਾਰਨਾਂ ਕਰਕੇ ਲਿਖਿਆ ਨਹੀਂ ਗਿਆ। ਜੇ ਲਿਖਿਆ ਗਿਆ ਤੇ ਬਹੁਤ ਸਾਰਾ ਇਹੋ ਜਿਹਾ ਇਤਿਹਾਸ ਹੈ ਜਿਹੜਾ ਗਲਤ ਲਿਖਿਆ ਗਿਆ ਔਰ ਉਸੇ ਤਰ੍ਹਾਂ ਸਾਖੀਆਂ ਮਨ ਘੜਤ ਗੱਲਾਂ ਜਿਹੜੀਆਂ ਨੇ ਉਹ ਸੰਗਤਾਂ 'ਚ ਪ੍ਰਚਲਿਤ ਹੋ ਰਹੀਆਂ ਨੇ, ਸਾਡੇ ਅੱਗੇ ਪ੍ਰਚਾਰ ਕਰ ਦਿੰਦੇ ਨੇ। ਪਰ ਜਿਸ ਵੇਲੇ ਇੱਥੇ ਸਵਾਲ ਆਉਂਦਾ ਤਾਂ ਫਿਰ ਪੈਨਲ ਮੈਂਬਰ ਕੋਸ਼ਿਸ਼ ਕਰਦੇ ਨੇ ਕਿ ਗੁਰਮਤਿ ਦੀ ਚਾਨਣ ਦੇ ਵਿੱਚ ਉਹਦਾ ਉੱਤਰ ਲੱਭ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਪਿਰਿਟ ਦੇ ਮੁਤਾਬਕ ਉਹਦਾ ਉੱਤਰ ਲੱਭ ਕੇ ਆਪ ਜੀ ਦੇ ਨਾਲ ਪੇਸ਼ ਕੀਤਾ ਜਾਏ। ਤਾਂ ਇਹਦੇ ਨਾਲ ਹੋ ਸਕਦਾ ਹੈ ਕਿ ਇਹਨਾਂ ਕਦਮਾਂ ਦੇ ਨਾਲ ਸਾਡੇ ਇਤਿਹਾਸ ਵਿੱਚ ਵੀ ਕੁਝ ਸੁਧਾਰ ਆਵੇ। ਔਰ ਜਿਵੇਂ ਮੈਂ ਅੱਜ ਵੀ ਪਹਿਲੇ ਬੇਨਤੀ ਕੀਤੀ ਹੈ ਕਿ ਪ੍ਰਿੰਸੀਪਲ ਸਾਹਿਬ ਨੇ ਜਿਹੜੀਆਂ 1-2 ਸੂਚਨਾਵਾਂ ਦਿੱਤੀਆਂ ਨੇ ਉਹ ਬੜੀਆਂ ਅਹਿਮ ਨੇ, ਸਾਡੇ ਇਤਿਹਾਸ ਦੀਆਂ ਜਿਹੜੀਆਂ ਅਣਗੌਲੀਆਂ ਨੇ ਤੇ ਸਾਨੂੰ ਉਹ ਅੱਜ ਸੁਣਨ ਨੂੰ ਮਿਲੀਆਂ ਨੇ। ਮੈਂ ਸਾਰੇ ਪੈਨਲ ਮੈਂਬਰਾਂ ਦਾ ਧੰਨਵਾਦ ਕਰਦਾ, ਸੰਗਤ ਦਾ ਧੰਨਵਾਦ ਕਰਦਾ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।